TV 16 ਟੋਰਾਂਟੋ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ KS ਪਲ ਵੱਲੋਂ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਖੁੱਲਾ ਸੱਦਾ ਦੇ ਵਿੱਚ। ਉਮੀਦ ਕਰਦਾ ਕਿ ਅੱਜ ਵਾਲਾ ਪ੍ਰੋਗਰਾਮ ਵੀ ਤੁਹਾਨੂੰ ਪਸੰਦ ਆਵੇਗਾ। ਕੱਲ ਵਾਲੇ ਪ੍ਰੋਗਰਾਮ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ, ਉਹਦੇ ਵਾਸਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਬਹੁਤ ਸਾਰੇ ਲੋਕਾਂ ਦੇ ਟੈਕਸਟ ਮੈਸੇਜ ਆਏ, ਬਹੁਤ ਸਾਰੇ ਲੋਕਾਂ ਨੇ ਹੋਈ ਗੱਲਬਾਤ ਨੂੰ, ਹੋਏ ਪ੍ਰੋਗਰਾਮ ਨੂੰ ਬਹੁਤ ਜ਼ਿਆਦਾ ਸਲਾਹਿਆ। ਉਹਦੇ ਵਾਸਤੇ ਮੈਂ ਤੁਹਾਡਾ ਦਿਲ ਤੋਂ ਧੰਨਵਾਦੀ ਹਾਂ। ਤੁਸੀਂ ਵੀ ਆਪਣੀ ਇਨਪੁਟ ਪ੍ਰੋਗਰਾਮ ਦੇ ਦੌਰਾਨ ਵੀ ਪਾ ਸਕਦੇ ਹੋ 905 872 5259 ਦੇ ਉੱਤੇ। ਇਸ ਤੋਂ ਇਲਾਵਾ ਟੈਕਸਟ ਮੈਸੇਜ ਸਾਨੂੰ ਕਰ ਸਕਦੇ ਹੈਗੇ ਹੋ। ਇਸ ਟਾਈਮ 'ਤੇ ਪ੍ਰੋਗਰਾਮ TV ਚੈਨਲ ਤੋਂ ਇਲਾਵਾ ਤੁਸੀਂ ਇਸ ਟਾਈਮ ਦੇ ਉੱਤੇ ਫੇਸਬੁੱਕ 'ਤੇ ਲਾਈਵ ਵੀ ਦੇਖ ਰਹੇ ਹੋ, ਈ ਬਾਬਾ ਇੰਟਰਟੇਨਮੈਂਟ ਦੇ ਥਰੂ ਵੀ ਦੇਖ ਰਹੇ ਹੋ, ਸਾਡੀ ਵੈਬਸਾਈਟ ਦੇ ਥਰੂ ਵੀ ਪ੍ਰੋਗਰਾਮ ਜਿਹੜਾ ਹੈ ਉਹ ਦੇਖਿਆ ਜਾ ਰਿਹਾ ਹੈਗਾ। ਇਸ ਤੋਂ ਇਲਾਵਾ ਸਾਡੇ ਐਂਡਰਾਇਡ ਐਪ ਦੁਆਰਾ ਵੀ ਇਸ ਪ੍ਰੋਗਰਾਮ ਨੂੰ ਤੁਸੀਂ ਮਾਣ ਸਕਦੇ ਹੈਗੇ ਹੋ। ਆਓ ਆਪਾਂ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਉਹਦੀ ਸ਼ੁਰੂਆਤ ਕਰਦੇ ਹਾਂ। ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਅੱਜ ਜਿਹੜਾ ਮੈਂ ਵਿਸ਼ਾ ਲਿਆ ਉਹ ਵੀ ਬਹੁਤ ਜ਼ਿਆਦਾ ਗੰਭੀਰ ਹੈਗਾ। ਅੱਜ ਦੇ ਵਿਸ਼ੇ ਦੇ ਵਿੱਚ ਮੈਂ ਖਾਸ ਤੌਰ ਦੇ ਉੱਤੇ ਗੱਲਬਾਤ ਕਰਾਂਗਾ ਕਿ ਕਿਉਂ ਜਿਹੜੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੇ ਉਹ ਲਗਾਤਾਰਤਾ ਦੇ ਨਾਲ ਜਿਹੜੀਆਂ ਨੇ ਉਹ ਪਿਛਲੇ ਸਮੇਂ ਤੋਂ, ਲੰਬੇ ਸਮੇਂ ਤੋਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਅਤੇ ਇਨਸਾਫ ਸਾਨੂੰ ਇੱਕ ਦਾ ਵੀ ਨਹੀਂ ਹੁਣ ਤੱਕ ਮਿਲਿਆ। ਇਸ ਦੇ ਪਿੱਛੇ ਮਕਸਦ ਕੀ ਹੋ ਸਕਦਾ ਹੈਗਾ? ਕਿਉਂ ਲਗਾਤਾਰਤਾ ਦੇ ਨਾਲ ਜਿਹੜੀਆਂ ਇਹ ਸਿਰਫ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਟਕਾ ਸਾਹਿਬਾਨਾਂ ਦੀਆਂ ਲਗਾਤਾਰਤਾ ਦੇ ਨਾਲ ਬੇਅਦਬੀਆਂ ਜਿਹੜੀਆਂ ਨੇ ਉਹ ਹੋ ਰਹੀਆਂ ਹੈਗੀਆਂ ਨੇ? ਸਵਾਲ ਬਹੁਤ ਵੱਡਾ। ਕੱਲਾ ਇਹ ਸਵਾਲ ਨਹੀਂ ਹੈ, ਕੱਲਾ ਸਿਰਫ ਆਪਾਂ ਇਹਨੂੰ ਸਵਾਲ ਦੇ ਰੂਪ ਦੇ ਵਿੱਚ ਨਹੀਂ ਵੇਖ ਸਕਦੇ ਹੈਗੇ। ਇਹ ਬਹੁਤ ਵੱਡਾ ਜਿਹੜਾ ਆਪਾਂ ਕਹਿ ਸਕਦੇ ਹੈਗੇ ਆ ਕਿ ਸਾਡੇ ਉੱਤੇ ਇੱਕ ਹਮਲਾ ਜਿਹੜਾ ਹੈ ਉਹ ਬਹੁਤ ਲੰਬੇ ਸਮੇਂ ਤੋਂ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈਗਾ ਅਤੇ ਅਸੀਂ ਉਸ ਨੂੰ ਕਿੱਦਾਂ ਲੈ ਰਹੇ ਹਾਂ, ਕਿੱਦਾਂ ਵੇਖ ਰਹੇ ਹਾਂ, ਅੱਜ ਉਸ 'ਤੇ ਗੱਲਬਾਤ ਆਪਾਂ ਜਿਹੜੀ ਹੈ ਉਹ ਕਰਨੀ ਹੈਗੀ ਆ। ਸੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਦ ਵੀ ਹੁੰਦੀ ਆ ਅਤੇ ਇਹ ਲਗਾਤਾਰ ਕਿਉਂ ਇੱਕ ਲੜੀ ਦੇ ਰੂਪ ਦੇ ਵਿੱਚ ਜਿਹੜੀ ਆ ਉਹ ਕੀਤੀ ਜਾ ਰਹੀ ਹੈਗੀ ਆ। ਅੱਜ ਤੱਕ ਜਿਹੜਾ ਉਹ ਕਿਉਂ ਕੋਈ ਪਾਗਲ ਬੰਦਾ ਜਿਹੜਾ ਹੈ ਉਹ ਕਿਸੇ ਹੋਰ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਨਹੀਂ ਵੜਦਾ ਹੈਗਾ? ਕਿਉਂ ਉਹ ਪਾਗਲ ਬੰਦੇ ਜਿਹੜੇ ਨੇ ਉਹ ਕਿਉਂ ਜਾ ਕੇ ਗੀਤਾ ਦੇ ਵਰਕੇ ਨਹੀਂ ਪਾੜਦੇ, ਉਹਨਾਂ ਦੇ ਪੇਜਾਂ ਦੇ ਉੱਤੇ ਜਾ ਕੇ ਨਹੀਂ ਪਾੜਿਆ ਜਾਂਦਾ, ਉਹਨਾਂ ਦੇ ਅੰਗਾਂ ਦੀ ਬੇਅਦਬੀ ਨਹੀਂ ਕੀਤੀ ਜਾਂਦੀ? ਕਿਉਂ ਬਾਕੀ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਦੇ ਉੱਤੇ ਕਿਸੇ ਕਿਸਮ ਦੀ ਕੋਈ ਬੇਅਦਬੀ ਜਿਹੜੀ ਹੈ ਨਹੀਂ ਕੀਤੀ ਜਾਂਦੀ ਹੈਗੀ? ਕਾਰਨ ਕੀ ਹੈਗਾ? ਮੈਂ ਇਹ ਨਹੀਂ ਕਹਿੰਦਾ ਕਿ ਉੱਥੇ ਵੀ ਜਾ ਕੇ ਬੇਅਦਬੀ ਹੋਣੀ ਚਾਹੀਦੀ ਹੈਗੀ ਆ, ਮੇਰਾ ਭਾਵ ਇਹ ਨਹੀਂ ਆ, ਪਰ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਕਿ ਇਹ ਸੋਚਿਆ ਕਿਉਂ ਨਹੀਂ ਜਾਂਦਾ ਕਿ ਸਿਰਫ ਸਾਡੇ ਗੁਟਕਾ ਸਾਹਿਬਾਨਾਂ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿਸ਼ਾਨਾ ਕਿਉਂ ਬਣਾਇਆ ਜਾਂਦਾ ਹੈਗਾ? ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਦੀ ਜਾ ਕੇ ਤੁਸੀਂ ਬੇਅਦਬੀ ਕੋਈ ਜਾਣਾ ਹੈ ਉਹ ਕਰੇ, ਕਿਉਂਕਿ ਅਸੀਂ ਆਪਣੇ 'ਤੇ ਹੋ ਰਹੇ ਹਮਲਿਆਂ ਨੂੰ ਇਹ ਮੰਨ ਕੇ ਨਹੀਂ ਲੈ ਸਕਦੇ ਕਿ ਅਸੀਂ ਦੂਸਰੇ ਦੇ ਬਦਲੇ ਦੀ ਭਾਵਨਾਵਾਂ ਦੇ ਨਾਲ ਅਸੀਂ ਕੋਈ ਜਿਹੜਾ ਹੈ ਕਿਸੇ ਦੇ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਕੋਈ ਜਿਹੜਾ ਬੇਅਦਬੀ ਕਰੇ। ਔਰ ਨਾ ਸਿੱਖਾਂ ਨੇ ਕਦੀ ਇਸ ਤਰ੍ਹਾਂ ਦੇ ਨਾਲ ਕੀਤਾ ਅਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਕਦੀ ਤੁਸੀਂ ਇਸ ਤਰ੍ਹਾਂ ਦੇ ਨਾਲ ਦੇਖੋਗੇ। ਇਹ ਹੋਣਾ ਨਹੀਂ ਆ, ਕਿਉਂਕਿ ਅਸੀਂ ਪਰਮਾਤਮਾ ਜਿਹੜਾ ਹੈ ਉਹਨੂੰ ਪਰਮਾਤਮਾ ਇੱਕ ਮੰਨ ਕੇ ਚੱਲਦੇ ਹੈਗੇ ਆ। ਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਕਰੀਬਨ 5200 ਵਾਰ ਰਾਮ ਰਾਮ ਜਿਹੜਾ ਉਹ ਸ਼ਬਦ ਦਾ ਉਚਾਰਨ ਜਿਹੜਾ ਹੈ ਉਹ ਕੀਤਾ ਗਿਆ, ਯਾਨੀ ਕਿ ਅਪਰੋਕਸੀਮੇਟਲੀ ਇੰਨੀ ਕੁ ਵਾਰ ਉਹ ਆਇਆ ਹੈਗਾ। ਮੈਂ ਉਸ ਦਸ਼ਰਥ ਪੁੱਤਰ ਰਾਮ ਦੀ ਨਹੀਂ ਗੱਲ ਕਰਦਾ ਪਿਆ, ਮੈਂ ਗੱਲ ਕਰਦਾ ਪਿਆ ਕਿ ਰਾਮ ਨੂੰ, ਉਸ ਪਰਮਾਤਮਾ ਨੂੰ ਰਾਮ ਰੂਪੀ ਰੂਪ ਦੇ ਵਿੱਚ ਪੁਕਾਰਿਆ ਗਿਆ, ਯਾਨੀ ਕਿ ਉਸ ਟਾਈਮ ਦੇ ਉੱਤੇ ਰਾਮ ਨੂੰ ਜਿਹੜਾ ਹੈ ਉਹ ਇੱਕ ਦਰਜੇ ਦੇ ਰੂਪ ਦੇ ਵਿੱਚ, ਇੱਕ ਭਗਵਾਨ ਦੇ ਰੂਪ ਦੇ ਵਿੱਚ ਇਸ ਚੀਜ਼ ਨੂੰ ਜਿਹੜਾ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਰ-ਬਾਰ ਉਸ ਚੀਜ਼ ਦਾ ਜਿਹੜਾ ਹੈ ਉਹ ਜ਼ਿਕਰ ਆਉਂਦਾ ਹੈਗਾ। ਸੋ ਜਿੱਥੇ ਇਹ ਬੇਅਦਬੀ ਹੋ ਰਹੀ ਹੈਗੀ ਆ ਅਤੇ ਜਿਹੜੇ ਲੋਕ ਬੇਅਦਬੀ ਕਰਦੇ ਨੇ ਜਾਂ ਬੇਅਦਬੀ ਕਰਵਾ ਰਹੇ ਲੋਕ ਨੇ, ਉਹਨਾਂ ਨੂੰ ਆਪਣੇ ਇਸ਼ਟ ਨਾਲ ਕਿੰਨਾ ਕੁ ਪਿਆਰ ਹੋ ਸਕਦਾ? ਉਹ ਕਿੰਨਾ ਕੁ ਆਪਣੇ ਇਸ਼ਟ ਨੂੰ ਜਿਹੜਾ ਹੈ ਜਾਂ ਆਪਣੇ ਜਿਸ ਨੂੰ ਵੀ ਉਹ ਰੱਬ ਮੰਨਦੇ ਨੇ ਜਾਂ ਜਿਸ ਨੂੰ ਉਹ ਭਗਵਾਨ ਮੰਨਦੇ ਨੇ ਜਾਂ ਜਿਸ ਨਾਲ ਉਹਨਾਂ ਦਾ ਕੋਈ
ਮੋਹ ਮੁਹੱਬਤ ਹੈ, ਜਿਸ ਨੂੰ ਉਹ ਇੱਕ ਪ੍ਰਮਾਤਮਾ ਰੂਪੀ ਰੂਪ ਜਿਹੜਾ ਹੈ ਉਹ ਮੰਨਦੇ ਆ, ਅਸੀਂ ਇਸ ਚੀਜ਼ ਨੂੰ ਸਮਝ ਸਕਦੇ ਹਾਂ ਕਿ ਉਹਨਾਂ ਦਾ ਕਿਸੇ ਰੱਬ ਦੇ ਵਿੱਚ ਕੋਈ ਵਿਸ਼ਵਾਸ ਜਿਹੜਾ ਹੈਗਾ, ਜਾਂ ਉਹ ਆਪਣੇ ਰੱਬ ਨੂੰ ਹੀ ਬਹੁਤ ਜ਼ਿਆਦਾ ਮੰਨਦੇ ਹੈਗੇ ਨੇ। ਜਦ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਹਰ ਭਗਤਾਂ ਦੀ ਬਾਣੀ, ਹਰ ਉਸ ਦੀ ਬਾਣੀ ਨੂੰ ਜਿਹੜਾ ਹੈ ਦਰਜ ਕੀਤਾ ਗਿਆ ਹੈਗਾ, ਜਿਹਦੇ ਵਿੱਚ ਕੋਈ ਧਰਮ ਛੱਡਿਆ ਹੀ ਨਹੀਂ ਹੈ, ਕੋਈ ਜਾਤ ਛੱਡੀ ਨਹੀਂ ਹੈ। ਇਸ ਦੇ ਬਾਵਜੂਦ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਟਾਰਗੇਟ ਕਰਨਾ ਜਿਹੜਾ ਹੈ, ਇਹਦੇ ਪਿੱਛੇ ਮਕਸਦ ਕੀ ਹੋ ਸਕਦਾ ਹੈਗਾ? ਪਹਿਲੀ ਗੱਲ ਕਿ ਬਾਰ-ਬਾਰ ਕਿਸੇ ਚੀਜ਼ ਨੂੰ ਕਰਨਾ ਤੇ ਇੱਕ ਸਿੱਖਾਂ ਦਾ ਜਿਹੜਾ ਹੈ ਵਿਸ਼ਵਾਸ ਨੂੰ ਤੋੜਨਾ, ਕਿ ਵਿਸ਼ਵਾਸ ਨੂੰ ਤੋੜ ਦਿੱਤਾ ਜਾਵੇ, ਇਹਨਾਂ ਦਾ ਵਿਸ਼ਵਾਸ ਦੇ ਉੱਤੇ ਜਿਹੜੀ ਸੱਟ ਹੈ ਉਹ ਮਾਰੀ ਜਾਵੇ। ਦੂਸਰੀ ਗੱਲ ਕਿ ਜਿਹੜੀ ਚੀਜ਼ ਲਗਾਤਾਰਤਾ ਦੇ ਨਾਲ ਹੁੰਦੀ ਆ, ਜਦ ਕੋਈ ਚੀਜ਼ ਪਹਿਲੀ ਵਾਰ ਵਾਪਰਦੀ ਆ, ਕੋਈ ਵੀ ਹਾਦਸਾ ਵੀ ਪਹਿਲੀ ਵਾਰੀ ਕੋਈ ਚੀਜ਼ ਜਿਹੜਾ ਵਾਪਰਦਾ, ਉਸ ਦੇ ਉੱਤੇ ਗੱਲਬਾਤ ਵੀ ਜ਼ਿਆਦਾ ਹੁੰਦੀ ਆ, ਅਸੀਂ ਅਗਰੈਸਿਵ ਵੀ ਜ਼ਿਆਦਾ ਹੁੰਦੇ ਆ, ਉਸ ਦੇ ਵਿੱਚ ਅਸੀਂ ਐਕਟ ਵੀ ਬਹੁਤ ਕਰਦੇ ਆ, ਰਿਐਕਟ ਵੀ ਬਹੁਤ ਕਰਦੇ ਆ, ਸਾਡੀਆਂ ਹਰ ਤਰ੍ਹਾਂ ਦੀਆਂ ਭਾਵਨਾਵਾਂ ਉੱਥੇ ਉਜਾਗਰ ਹੁੰਦੀਆਂ ਨੇ, ਬੜੇ ਵੱਡੇ ਰੂਪ ਦੇ ਵਿੱਚ ਉਸ ਦੇ ਉੱਤੇ ਅਸੀਂ ਗੱਲਬਾਤ ਵੀ ਕਰਦੇ ਆ, ਥਾਂ ਥਾਂ ਤੇ ਅਸੀਂ ਗੱਲਬਾਤ ਵੀ ਕਰਨੀ ਆ, ਧਰਨੇ ਮੁਜ਼ਾਹਰੇ ਵੀ ਅਸੀਂ ਕਰਦੇ ਆ, ਹਰ ਚੀਜ਼ ਕਰਦੇ ਆ ਕਿ ਕਿਸੇ ਤਰੀਕੇ ਦੇ ਨਾਲ ਇਸ ਚੀਜ਼ ਨੂੰ ਜਿਹੜਾ ਹੈ ਲੋਕਾਂ ਤੱਕ ਪਹੁੰਚਾਇਆ ਜਾਵੇ ਤੇ ਇਸ ਚੀਜ਼ ਦੇ ਉੱਤੇ ਠੱਲ ਜਿਹੜੀ ਹੈ ਉਹ ਪਾਈ ਜਾ ਸਕੇ। ਲੇਕਿਨ ਜਦੋਂ ਉਹ ਚੀਜ਼ ਬਾਰ-ਬਾਰ ਹੁੰਦੀ ਆ ਤੇ ਇਹ ਕੁਦਰਤੀ ਆ, ਮਨੁੱਖ ਦਾ ਸੁਭਾਅ ਵੀ ਆ, ਤੇ ਕੁਛ ਕੁਦਰਤੀ ਤੌਰ ਦੇ ਉੱਤੇ ਮਨੁੱਖ ਇਸ ਤਰ੍ਹਾਂ ਦੇ ਨਾਲ ਸਮਝਣ ਲੱਗ ਪੈਂਦਾ ਕਿ ਇਹ ਰੋਜ਼ ਦਾ ਹੀ ਇਸ ਤਰ੍ਹਾਂ ਦਾ ਕੰਮ ਹੈ। ਸੋ ਪਹਿਲੀ ਬੇਅਦਬੀ ਨੂੰ ਅਸੀਂ ਜਦੋਂ ਦੇਖਦੇ ਹਾਂ ਅਜੋਕੇ ਸਮੇਂ ਦੇ ਵਿੱਚ, ਤੇ ਸਾਡਾ ਗੁੱਸਾ ਤੇ ਸਾਡਾ ਰੋਹ ਕੁਛ ਹੋਰ ਤਰ੍ਹਾਂ ਦਾ ਸੀ। ਹੌਲੀ ਹੌਲੀ ਇਹ ਚੀਜ਼ ਘਟਦੀ ਜਿਹੜੀ ਆ, ਅੱਜ ਇਹ ਚੀਜ਼ ਜਿਹੜੀ ਆ ਉਹ ਨਾਰਮਲ ਲੋਕਾਂ ਨੂੰ ਲੱਗਣ ਲੱਗੀ, ਜਾਂ ਉਹਨਾਂ ਨੇ ਲੱਗਣ ਲਾ ਦਿੱਤੀ ਹੈਗੀ, ਕਿਉਂਕਿ ਰੂਟੀਨ ਦੇ ਵਿੱਚ ਇਹ ਚੀਜ਼ ਜਿਹੜੀ ਆ ਉਹ ਹੁੰਦੀ ਪਈ ਆ ਤੇ ਲਗਾਤਾਰਤਾ ਦੇ ਨਾਲ ਹੋ ਰਹੀ ਹੈਗੀ ਆ। ਸੋ ਸਾਡਾ ਜਿਹੜਾ ਰੋਹ ਤੇ ਵਿਦਰੋਹ ਸੀਗਾ, ਉਹ ਸਾਡਾ ਜੋ ਪਹਿਲਾਂ ਹੋਣਾ ਚਾਹੀਦਾ ਸੀਗਾ, ਜਿਹੜਾ ਪਹਿਲੇ ਵਾਰੀ ਸੀਗਾ, ਉਹ ਉਸੇ ਰੂਪ ਵਿੱਚ ਜਾਂ ਉਸ ਤੋਂ ਕਿਤੇ ਜ਼ਿਆਦਾ ਉਹਦੀ ਡਿਗਰੀ ਜਿਹੜੀ ਸੀ ਉਹ ਹਾਈ ਹੋਣੀ ਚਾਹੀਦੀ ਸੀ। ਤੇ ਅੱਜ ਜਿਹੜੀ ਆ ਉਹ ਸਾਡੀ ਉਸ ਡਿਗਰੀ ਦੇ ਉੱਤੇ ਜਾ ਕੇ ਅਸੀਂ ਕੰਮ ਜਿਹੜਾ ਉਹ ਨਹੀਂ ਕਰਦੇ ਪਏ, ਕਾਰਨ ਕਿ ਸਾਨੂੰ ਵੀ ਜੋ ਉਹ ਚਾਹੁੰਦੇ ਨੇ, ਜਿਹੜੇ ਇਹ ਲੋਕ ਬੇਅਦਬੀਆਂ ਕਰਵਾਉਂਦੇ ਨੇ, ਜੋ ਉਹ ਚਾਹੁੰਦੇ ਨੇ ਕਿ ਸਿੱਖਾਂ ਨੂੰ ਇੱਕ ਆਮ ਜੀ ਗੱਲ ਲੱਗਣ ਲੱਗ ਪਵੇ, ਆਮ ਜਿਹਾ ਜਿਹੜਾ ਹੈ ਵਤਾਰਾ ਜਿਹੜਾ ਹੈ ਇਹ ਵਾਪਰ ਗਿਆ, ਉਹ ਇਸ ਤਰ੍ਹਾਂ ਦੇ ਨਾਲ ਹੀ ਲੱਗਣ ਲੱਗ ਪਵੇ, ਇੱਕ ਨਾਰਮਲ ਜੀ ਗੱਲ ਲੱਗਣ ਲੱਗ ਪਵੇ, ਤੇ ਫਿਰ ਉਹ ਜੋ ਮਰਜ਼ੀ ਜਿਹੜਾ ਹੈ ਉਹ ਕਰਨ ਲੱਗ ਪੈਣ। ਗੱਲ ਇੱਥੇ ਉਹੀ ਅਖਾਣ ਬੜਾ ਵਧੀਆ ਢੁੱਕਦਾ, ਗੱਲ ਜਿਹੜੀ ਹੈ ਉਹ ਜਿਹੜੀ ਆਪਾਂ ਨਾਰਮਲ ਜੀ ਗੱਲ ਕਰ ਦਿੰਦੇ ਹੈਗੇ ਆ ਕਿ ਗੱਲ ਸਹੇ ਦੀ ਨਹੀਂ ਹੈ, ਗੱਲ ਪਏ ਦੀ ਹੈਗੀ ਆ। ਸੋ ਜਦੋਂ ਸਾਨੂੰ ਉਹ ਸਹਿਣਾ ਸਿੱਖਣ ਦੀ ਆਦਤ ਪਾ ਦਿੰਦੇ ਨੇ, ਤਾਂ ਫਿਰ ਅਸੀਂ ਲਗਾਤਾਰਤਾ ਦੇ ਨਾਲ ਉਸ ਨੂੰ ਐਕਸੈਪਟ ਕਰੀ ਚੱਲੀ ਆਉਂਦੇ ਹੈਗੇ ਆ, ਉਸ ਨੂੰ ਅਸੀਂ ਜਿਹੜਾ ਹੈ ਉਸ ਤਰ੍ਹਾਂ ਦੇ ਨਾਲ ਹੀ ਦੇਖਣਾ ਸ਼ੁਰੂ ਕਰ ਦਿੰਦੇ ਹੈਗੇ ਆ। ਇਹ ਨਹੀਂ ਕਿ ਉਹਦੇ ਤੇ ਗੱਲਬਾਤ ਨਹੀਂ ਕਰਦੇ, ਜਾਗਦੀਆਂ ਜ਼ਮੀਰਾਂ ਵਾਲੇ ਤਾਂ ਉਨੇ ਹੀ ਰੋਹ ਦੇ ਵਿੱਚ ਉਹ ਜਾਗਦੇ ਨੇ, ਪਰ ਬਾਕੀ ਜਿਹੜੇ ਲੋਕ ਨੇ ਉਹ ਕਿੰਨੀ ਕੁ ਗੱਲਬਾਤ ਕਰਦੇ ਨੇ, ਜਾਂ ਬਾਕੀ ਮੀਡੀਆ ਚੈਨਲਸ ਕਿੰਨੀ ਕੁ ਗੱਲਬਾਤ ਕਰਦੇ ਨੇ, ਬਾਕੀ ਲੋਕ ਕਿੰਨੇ ਕੁ ਉਸ ਦੇ ਨਾਲ ਉਸ ਦੇ ਪ੍ਰਤੀ ਜਿਹੜੇ ਨੇ ਉਹ ਜਾਗਰੂਕ ਹੁੰਦੇ ਨੇ, ਕਿੰਨੇ ਕੁ ਲੋਕ ਇਸ ਚੀਜ਼ ਨੂੰ ਜਿਹੜਾ ਹੈ ਉਹ ਇਹ ਲੈਂਦੇ ਨੇ ਕਿ ਨਹੀਂ ਇਹ ਸਾਡੇ ਇਸ ਦੇ ਉੱਤੇ ਹਮਲਾ, ਔਰ ਬਾਰ-ਬਾਰ ਤੁਸੀਂ ਹਮਲਾ ਜਿਹੜਾ ਹੈ ਉਹ ਕਰਦੇ ਚੱਲੇ ਆ ਰਹੇ ਨੇ। ਕੌਣ ਤਾਕਤਾਂ ਨੇ, ਕਿਹੜੀਆਂ ਤਾਕਤਾਂ ਨੇ? ਜਿੱਦਾਂ ਮੈਂ ਪਹਿਲਾਂ ਕਿਹਾ ਹੈਗਾ ਕਿ ਉਹਨਾਂ ਨੂੰ ਬਾਕੀ ਧਾਰਮਿਕ ਸਥਾਨ ਕੋਈ ਨਹੀਂ ਦੇਖਦੇ, ਨਾ ਉਹਨੂੰ ਮੰਦਿਰ ਦੇਖਦਾ, ਨਾ ਮਸਜਿਦ ਦੇਖਦਾ, ਨਾ ਉਹਨੂੰ ਗਿਰਜਾ ਘਰ ਦੇਖਦੇ ਨੇ, ਸਿਰਫ ਗੁਰਦੁਆਰਾ ਸਾਹਿਬਾਨ ਹੀ ਕਿਉਂ ਦੇਖਦੇ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਕਿਉਂ ਦਿਖਦਾ, ਗੁਟਕਾ ਸਾਹਿਬਾਨ ਹੀ ਕਿਉਂ ਦਿਖਦੇ ਨੇ, ਇਹੀ ਚੀਜ਼ਾਂ ਕਿਉਂ ਦਿਖਦੀਆਂ ਹੈਗੀਆਂ ਨੇ। ਸੋ ਹੋ ਕਿੱਥੇ ਰਿਹਾ, ਇਹ ਵੀ ਇੱਕ ਸਵਾਲ ਪੈਦਾ ਹੁੰਦਾ। ਸਭ ਤੋਂ ਵੱਡਾ, ਸਭ ਤੋਂ ਜ਼ਿਆਦਾ ਬੇਅਦਬੀਆਂ ਜਿਹੜੀਆਂ ਨੇ ਜਿੱਥੇ ਸਿੱਖਾਂ ਦੀ ਬਹੁਤ ਗਿਣਤੀ ਰਹਿੰਦੀ ਆ ਉੱਥੇ ਹੋਣ, ਤੇ ਸਭ ਤੋਂ ਵੱਡੀ ਗੱਲ ਕਿ ਸਿੱਖ ਵੀ ਉੱਥੇ ਜ਼ਿਆਦਾ ਵਸਣ ਦੇ ਬਾਵਜੂਦ ਵੀ ਅਸੀਂ ਇਸ ਚੀਜ਼ ਨੂੰ ਕਿੱਦਾਂ ਲੈ ਰਹੇ ਹੈਗੇ ਆ,
ये एक बड़ा वड्डा सवाल हैगा, एक बहुत वड्डा साडे ते एक बोझ वाली गल आ कि असीं उस नूं लै किस तरह दे नाल लए हैगे आ। सो जदों जिथे साडी बहुत गिणती च असीं वसदे होईए, जिथे साडी जड़ होवे, उस जड़ दे विच ਉਹ चीज़ वापर रही होवे लगातारता दे नाल, ते असीं उस तरह दे नाल रैक्ट जां एक्ट ना करिए, साडे मन दे अंदर गुस्सा ना आवे, सानू इस चीज़ दे उत्ते गलबात बार बार करन दी बजाए असीं एक दो बार गल करन तो बाद चुप हो जाण नूं जिहड़ा अपना फर्ज समझ लैने हैगे आ कि साडा फर्ज इन्ने कहण दे विच खत्म हो जांदा हैगा। बहुत वड्डा ये एक किस्म दा सवाल पैदा हुंदा इत्थे। सो वो लोग अपने एजेंडे दे विच पूरी तरह दे नाल कामयाब इस टाइम दे उत्ते इसे करके ही हो रहे ने कि असीं अवेसले क्यों, साडी सोच इत्थों तक क्यों नहीं जाती कि ये साडे उत्ते ही क्यों हमले जिहड़े ने वो कीते जा रहे हैगे ने। सो ये कोई छोटी जी गल तां है नहीं, ते फिर उस तो बाद जिहड़ा कुछ हुंदा जो जे वड्डे रूप दे विच भी होया ते उन्हां दा इंसाफ कित्थे गया, किन्ना लोकां ने इंसाफ देना सी ते किहड़े लोग अज मुनकर होई जिहड़े ने वो बैठे ने। ये एक बहुत वड्डा साडे ते सवालिया निशान जिहड़ा वो लगदा हैगा। असीं किन्ना क अपने धर्म नूं प्यार करदे हां, किन्ना क असीं अपने जिहड़ा ईस्ट हैगा उहनूं किन्ना क प्यार करदे हां, उहदी सेवा संभाल लई किन्ने क असीं उद्यमी हां ते साडीआं संस्थावां किन्नियां क उद्यमी ने। ये एक बहुत वड्डा सवाल साडे अगे आण के खड़ा हो जांदा हैगा। किन्नियां क साडीआं संस्थावां तत्पर ने इस चीज़ दे वास्ते कि जे साडे गुरु ग्रंथ साहब जां गुटका साहिबानां नूं जिहड़ी कोई बेअदबी करदा हैगा, ईवन कि गुरु साहिबानां दियां जानी कि असली तस्वीरां में नहीं है, लेकिन फिर भी कोई उन्हां दी बेअदबी करन दी कोशिश करदा ते साडियां सिरमौर संस्थावां की अपना फर्ज पूरी तरह दे नाल निभा रहीआं ने, कि वो अपने जिहड़ी उन्हां दी ड्यूटी बनदी आ जिस करके वो बणीआं ने, कि वो अपनी पूरी तरह दे नाल तन मन दे नाल ड्यूटी निभा रहीआं ने, कि उन्हां दे अपने फर्ज ने जिहड़े उन्हां नूं वो पूरी तरह दे नाल वो पूरा करन दे विच कामयाब हो रहीआं ने। ये सारे सवाल साडे अगे खड़े ने, जिउं दे त्यों खड़े ने। वकफा हो गया एक ब्रेक का, ब्रेक आपां नूं इत्थे लैनी पैनी आ। मिलदे हैं जी एक छोटी जी ब्रेक तो बाद। वक्त बदल चुका है ते वक्त दे नाल बदल चुके ने एंटरटेनमेंट दे साधन भी। हुण केबल, सैटेलाइट या IPTV बॉक्स दी कोई जरूरत नहीं। अपना स्मार्टफोन चुको अते ऐप स्टोर या गूगल प्ले स्टोर तो आज ही डाउनलोड करो ईबाबा एंटरटेनमेंट ऐप। कास्ट डोंगल दी मदद नाल तुसी अपने पसंदीदा टीवी चैनल्स या मूवीज अपने टीवी ते भी देख सकदे हो अते ड्राइव करदे वेले ब्लूटूथ नाल रेडियो भी सुन सकदे हो। ईबाबा एंटरटेनमेंट ऐप एंड्रॉयड टीवी अते सेट टॉप बॉक्स गूगल प्ले स्टोर ते उपलब्ध हैं। सो जल्दी तो जल्दी खुद भी ये ऐप डाउनलोड करो अते अपने फैमिली फ्रेंड्स नाल भी ये जानकारी शेयर करो। ईबाबा एंटरटेनमेंट ऐप। जेकर तुसी कोई अपना घर बेचना चाहते हो जां तुसी कोई घर खरीदना चाहते हो तो तुहाडा सुपने नूं पूरा करनगे विक्की सिंह। सो विक्की सिंह होना नाल तुसी बैठो, उन्हां नाल एक मीटिंग करो, तुहाडे घर दे वधिया डॉलर दवा सकते हैं। अगर तुसी कोई फस्ट टाइम बायर हो, तुसी वधिया प्रॉपर्टी लभ रहे हो तो उन्हां नाल बैठ के मीटिंग करो, तुहाडे बजट दे अकॉर्डिंग टू तुहानूं वधिया घर दवाउणगे। सो तुहाडे सुपने नूं साकार कर सकते हैं। उन्हां दा कंटैक्ट नंबर हैगा 3659990709 दे उत्ते 365 999 0709 दे उत्ते तुसी संपर्क कर सकते हो। रायले पेज नाल काम करते हैं, बैठ के मीटिंग करो। अगर कोई इन्वेस्टमेंट प्रॉपर्टी भी लभ रहे हो तो तां तुहाडी जिहड़ी है उस लोड़ नूं पूरा किया जा सकता हैगा। सो संपर्क करो उन्हां दे नाल। उन्हां दा फोन नंबर अगेन 3659990709 दे उत्ते।
TV16 टोरंटो देख रहे दर्शकों को सत श्री अकाल। मैं केविन गुरबाल लेके आ रही हूँ प्रोग्राम मस्ती विद किड्स। अगर तुहाडी एज 5 to 14 है फिर तुसी इस प्रोग्राम विच पार्टिसिपेट कर सकते हो। अगर तुसी मेरे गेस्ट बनना चाहते हो contact tv16toronto@gmail.com ਜਾਂ टेक्स्ट मैसेज और व्हाट्सएप करो 647-528। ब्रेक तो बाद दर्शकों स्वागत है। प्रोग्राम चल रहा जी खुला सदा। उम्मीद करदा कि अज वाला प्रोग्राम भी तुहानूं पसंद आ रहा होगा। किसी तरह की कोई फीडबैक देना चाहते हो तो tv16toronto@gmail.com के उत्ते जाके सानूं तुसीं ईमेल भी जिहड़ी है वो कर सकते हैगे हो। प्रोग्राम इस टाइम के उत्ते लाइव जिहड़ा है फेसबुक के उत्ते भी हैगा, टीवी चैनल ते अलावा तुसीं इस टाइम के उत्ते ई बाबा इंटरटेनमेंट के उत्ते भी तुसीं इस प्रोग्राम नूं देख रहे हैगे हो। सो आओ अगे आपां गलबात जिहड़ी है वो शुरू करते हैं। गल चल रही है अज जी ਜਿਹੜੀਆਂ ਸਾਡੀਆਂ ਲਗਾਤਾਰ ਹੋ ਰਹੀਆਂ ਬੇਅਦਬੀਆਂ ਨੇ ਉਹਨਾਂ ਦੇ ਉੱਤੇ ਆਪਾਂ ਜਿਹੜਾ ਪ੍ਰੋਗਰਾਮ ਕਰਦੇ ਪਏ ਹੈਗੇ ਆ। ਸੋ ਗੱਲ ਮੈਂ ਕੀਤੀ ਸੰਸਥਾਵਾਂ ਦੀ, ਬੜੀ ਹਾਸੋਹੀਣੀ ਜੀ ਗੱਲ ਹੋ ਜਾਂਦੀ ਹੈਗੀ ਆ ਕਿ ਜਦੋਂ ਸੰਸਥਾਵਾਂ ਦੇ ਜਿਹੜੇ ਉੱਥੇ ਬੈਠੇ ਜਿਹੜੇ ਪ੍ਰਬੰਧਕੀ ਢਾਂਚੇ ਦੇ ਵਿੱਚ ਲੋਕ ਬੈਠੇ ਨੇ, ਚਾਹੇ ਉਹ ਪ੍ਰਧਾਨ ਨੇ, ਚਾਹੇ ਜਥੇਦਾਰ ਸਾਹਿਬ ਨੇ ਜਾਂ ਬਾਕੀ ਨੇ, जिन्ने भी लोग उत्थे प्रबंधकी ढांचे दे विच बैठे ने, कई बारी इस तरह लगता कि वो अपनी किसी जिहड़ा उन्हां दे असली फर्ज ने उन्हां फर्जां नूं ते वो निभा ही नहीं रहे। उन्हां वास्ते ना कोई उन्हां दे मन दे विच कोई ये जिहड़ी चीज़ आउंदी है कि असीं जिहड़ा है वो एडा वड्डा साडे इस दे उत्ते हमला हुंदा ते असीं उहदी जवाबी कार्रवाई कोई करदे नहीं। सिर्फ एक दो स्टेटमेंटां देण दे नाल ते साडे ये मसले जिहड़े हल नहीं होण वाले। जिहड़े बाहर लोक ने, जिहड़ियां दूजियां कम्यूनिटियां ने, कई बारी वो ही सानूं सवाल करदियां ने कि भाई तुहाडे जिहड़े लोक उत्थे बैठे ने, जिहड़ियां तुहाडीआं संस्थावां ने, वो की करदियां ने। सो जदों वो सवाल करदे ने इस तरह दे ते साडे कोल कोई जवाब नहीं उस चीज़ दा हुंदा, क्योंकि उन्हां नूं तां ये बैठे 9-9 मीटर दीआं पग्गां वाले जिहड़े ने वो सिख जापदे ने जां साडीआं संस्थावां दे उत्ते प्रबंध नूं चलाउण वाले सिख जापदे ने। पर बदकिस्मती ने नाल इन्हां ने सिखां दा सिर्फ जिहड़ा है वो रूप ही धारिया होया। इन्हां विच सिੱਖੀ नाम की जिहड़ी चीज़ आ वो तकरीबन माइनस हो चुकी हैगी आ। गुरु नूं मुनकर हो चुके ने। सानूं ही इदां लगदा कि साडीआं संस्थावां जिहड़ियां ने वो साडे सिख जिहड़े ने जां सिख परंपरा वाले लोग जिहड़े ने वो चला रहे हैगे ने, जद कि इहदे उत्ते जिहड़ी काबज धिर हैगी आ वो अपने तरीके दे नाल इस नूं चला रही आ ते वो किसे जिहड़ी स्टेट हैगी आ ਉਹਦੇ एजेंडे अधीन जिहड़ा है वो काम करदी पई आ ते ਉਹਦੇ मुताबक वो अपनियां बयानबाजियां करदी आ। जिथे वो अपने उन्हां दे निजी मफाद हुंदे ने उस तरह दे नाल श्रोमणी कमेटी नूं वरत लिया जांदा। श्रोमणी कमेटी तो उस तरह दे ही हुक्मनामे जारी करा दिते जांदे ने, किहड़े बंदे नूं कढना, किहड़े बंदे नूं पासे करना, किन्नू कौम दे विच जिहड़ा है वो पिछे करके जां बदनाम करके पिछे सट्टना, उन्हां दा जिहड़ा काम आ उस पक्ष नूं है, क्योंकि उहदे उत्ते जिहड़ी सियासत है भारी हो चुकी आ। ते उत्थे साडा जिहड़ा जिथों साडा सिद्धांत निकलदा, मीरी पीरी दा कंसैप्ट निकलदा, उन्हां ने उल्ट आपोजिट उत्थे जिहड़ी चीज़ आ चला दित्ती होई आ, क्योंकि उन्हां ने सियासत उत्ते कर दित्ती ते धर्म थल्ले कर दित्ता। सो जदों धर्म नूं थल्ले कर दित्ता ते सियासत उत्ते भारू हो गई तो फिर साडे जिहड़े धार्मिक मसले ने जां धार्मिक जिहड़ियां साडा जो जिथे जिथे साडा सारा कुछ उस चीज़ दे नाल जुड़िया होया धार्मिक मसलियां दे विच उलझा के सानू ते साडी असलीयत तो सानू जिहड़ा है वो दूर किया जा रहा हैगा। ते असीं भी इस तरह दे नाल ही बहुत गिणती दे विच लोग ये समझदे ने कि साडे सिखां दी उत्थे जिहड़ी है वो नुमाइंदगी है, जद कि इस तरह दे नाल बिल्कुल नहीं है।
इस चीज़ नूं जिन्नी देर तक एक एक सिख जिहड़ा है वो समझदा नहीं, उन्नी देर तक साडा हल नहीं है। हल की गल आपां करांगे, हल आपां अखीरले जदों पल होणगे प्रोग्राम दे उहदे विच आपां हल की गल भी जिहड़ी है वो करांगे कि हल की हो सकदा, कित्थे जाके हल जिहड़ा है वो सानूं लभ सकदा हैगा। लेकिन उस तो पहलां जे जो ये सारा कुछ हो रहा, यही सवाल सानू किसी टाइम के उत्ते लोग वो करते हैं कि पंजाब है, पंजाब दे विच बहुत गिणती सिख वास्ते ने, जदों कोई बेअदबी हुंदी आ उस टाइम के उत्ते जां मेन जिहड़ी आपां बरगाड़ी की गल कर लीए जां आपां बाकी जदों आपां मोर्चा भी लग्या उसकी भी गल कर लीए, ते सवाल ये पैदा हुंदा कि उस टाइम के उत्ते बेअदबी जद हुंदी आ मेन जदों आपां वड्डे जिहड़े घटनावां उन्हां दे उत्ते नज़र मार लीए तां पंथ रतन 5 वार दा मुख मंत्री प्रकाश बादल होवे ते अणपछाती पुलिस गोलियां चला देवे, जिहड़े बेअदबी दे दोषियां नूं सजा देण वास्ते बैठे होण लोग उन्हां दे उत्ते गोलियां चला देवे ते चलाउण वाले जिहड़े उत्थे गोलियां चलाउण वाले उन्हां ने भी पग्गां बद्धियां, मारन वालियां जिन्हां नूं मारिया उन्हां ने भी दस्तारां सजाइयां होईयां। तुसीं ये देखो तो उस टाइम के उत्ते जिहड़ा होम मिनिस्ट्री जिहदे कोल सीगी वो भी प्रकाश बादल दा मुंडा होवे। सो जदों तुसीं ये लड़ी नूं देखदे हैगे हो ते अज दे संदर्भ दे विच लै लो, तुसीं अज वाले देख लो, तुसीं वो मुख मंत्री पासे हो गया, उस नूं बचाउण वास्ते दूजा मुख मंत्री मौजूद हैगा। उस दे समय च जिहड़ियां बेअदबियां होईयां कल नूं वो कोई दूजा आ जाएगा, ਉਹਨੂੰ बचाउण दे चक्कर दे विच सारा कुछ जिहड़ा अमलिया मेट जिहड़ा वो करी जाएगा। सो सिख लफज कित्थे आ, असली सिख लफज कित्थे आ? मेरा सवाल ये बनदा सारे असीं साडे जिहड़े असीं सिੱਖੀ नूं प्यार करदे आ जां सिੱਖ होण दा दावा करदे आ, तुहानूं इन्हां दे विच ਇਹ ਲੋਕਾਂ ਦੇ ਵਿੱਚ ਪੋਲੀਟੀਕਲ ਕਲਾਸ ਦੇ ਵਿੱਚ ਹੀ ਤੁਸੀਂ ਲਾ ਲਓ, ਆਪਣੇ ਮੁੱਖ ਮੰਤਰੀਆਂ ਨੂੰ ਲਾ ਲਓ, ਆਪਣੇ ਮੰਤਰੀਆਂ ਨੂੰ ਲਾ ਲਓ, ਆਪਣੇ ਹੋਰ ਪੋਲੀਟੀਕਲ ਲਾਣੇ ਨੂੰ ਲਾ ਲਓ, ਇਹਨਾਂ 'ਚ ਤੁਹਾਨੂੰ ਜਿਨ੍ਹਾਂ ਨੇ 9-9 10-10 ਮੀਟਰ ਦੀਆਂ 8-8 ਮੀਟਰ ਦੀਆਂ ਪੱਗਾਂ ਬੱਧੀਆਂ ਹੋਈਆਂ ਨੇ, ਕੋਈ ਇਹਨਾਂ ਦੇ ਵਿੱਚ ਸਿੱਖੀ ਦਾ ਕਣ ਤੁਹਾਨੂੰ ਲੱਗਦਾ? ਤੁਹਾਨੂੰ ਕਦੀ ਮਹਿਸੂਸ ਹੁੰਦਾ ਕਿ ਇਹ ਸਿੱਖ ਨੇ? ਸਾਨੂੰ ਲੋਕ ਜਦੋਂ ਸਵਾਲ ਕਰਦੇ ਨੇ ਤੇ ਅਸੀਂ ਤਾਂ ਸਪਸ਼ਟ ਰੂਪ ਦੇ ਵਿੱਚ ਇਹ ਕਹਿ ਦਿੰਦੇ ਆ ਕਿ ਇਹ ਦਿਖਣ ਨੂੰ जरूर सिखा वर्गे लगते हैं, सिखी का रूप जरूर इन्होंने धारिया होया, पर जदों असी इन्हां नूं सिख होण दा ते सिख मन्नण दा जिहड़ा असी एक मखौटे के रूप दे विच तुरे फिरदे ने उह चीज़ नूं असी मन लैंदे आ ते सब तो वड्डी गलती जिहड़ी आ साडी इत्थे जिहड़ी आ शुरुआत हो जाती आ, क्योंकि इन्हां दे विच किसी किस्म का कोई सिखी का कण बचिया ही नहीं है। जां तां ये मुढ़ तो ही सिख नहीं सी ते जां इन्हां ने सिक्खी दा सिर्फ रूप धारण करके ते सिक्खी नूं खाण दा जिहड़ा काम आ वो शुरू कीता होया एक इंडियन स्टेट दे उत्ते दे कहणे दे विच, उन्हां दीआं एजेंसियां दे कहणे दे विच, ते वो जिद्दां चलाउंदे ने उदां ही ये जिहड़े ने वो चलदे ने, प्यादे दे रूप दे विच ये काम जिहड़ा वो करदे हैगे ने। ते असीं बड़े माण दे नाल, माफ़ करना, बड़े मान दे नाल जिहड़े लोग इन्हां नाल फोटोआं खिचा के अपने ड्राइंग रूमां दी शान बढ़ाउंदे ने, मैनूं लगदा उन्हां नूं भी सोचना पएगा, उन्हां नूं भी देखना पएगा कि असीं किन्हां नाल फोटोआं खिचा रहे हां। ये साडे रोल मॉडल ने, ये साडी सिੱਖੀ नूं बचाउणगे, ये साडे पंजाब नूं बचाउणगे, ये पंजाबीयत दी गल करनगे, ये किसी धार्मिक मसले नूं जिहड़ा है जां धार्मिक मसला पंजाब च साडे कोल सुलझदा नहीं, असीं बाहर किवें सुलझा दांगे, बाहर किवें असीं जिहड़ा है लड़ांगे किसी दे नाल, बाहर किवें असीं अपने हक हकूक की गल करांगे जद साडे ईस्ट उत्ते ही लगातारता दे नाल हमले हो रहे ने ते ये लोग जिहड़े ने वो दोषियां नूं सजा देण दी बजाए कदी कोई सिट बना दित्ती, कदी कोई अखां च घट्टा पाता, अज तक जिद्दां बाकी तुहाडे हक्कां दे विच कदी किसी ने नहीं सुनी, इन्हां दे विच भी ला लो कि एक भी बंदे नूं चुक के इन्हां ने अंदर अज तक कीता होवे भी भाई ये दोषी ने, इन्हां नूं अंदर चुक के कर दिओ, जां फिर जिस किसे दी कोई जमीर जागी, क्योंकि जागदियां जमीरां वाले भी तो हुंदे ने ना, बिल्कुल मलिया मेट तो हुंदा नहीं, जदों अपने तरीके नाल सजा दे दिंदे ने
ਉਦੋਂ ਫਿਰ ਉਹਨੂੰ ਚੱਕ ਕੇ 20 ਸਾਲ ਲਈ ਅੰਦਰ ਸਿੱਟ ਦਿੰਦੇ ਨੇ, ਉਹਨਾਂ ਨੂੰ ਫਿਰ ਉਮਰ ਕੈਦਾਂ ਦੇ ਦਿੰਦੇ ਨੇ, ਉਹਨਾਂ ਨੂੰ ਤਾਂ ਕਹਿੰਦੇ ਵੀ ਫਾਂਸੀ ਦੇ ਦਿਓ ਫਿਰ ਤੁਸੀਂ। ਕਿਉਂਕਿ ਜਦੋਂ ਇਹ ਜਿਨ੍ਹਾਂ ਦੇ ਅੰਦਰ ਅਸਲੀ ਸਿੱਖੀ ਦਾ ਜਜ਼ਬਾ ਜਾਂ ਸਿੱਖੀ ਹੈਗੀ ਆ, ਫਿਰ ਉਹ ਤਾਂ ਬਰਦਾਸ਼ਤ ਨਹੀਂ ਕਰਦੇ ਨਾ, ਫਿਰ ਉਹਨਾਂ ਕੋਲ ਤਾਂ ਫਿਰ ਬਰਦਾਸ਼ਤ ਹੁੰਦਾ ਨਹੀਂ, ਫਿਰ ਉਹ ਆਪਣੇ ਤਰੀਕੇ ਨਾਲ ਸੋਧਾ ਲਾ ਦਿੰਦੇ ਨੇ। ਜਦੋਂ ਸੋਧਾ ਲਾ ਦਿੰਦੇ ਨੇ ਫਿਰ ਇਹਨਾਂ ਦੇ ਕਾਨੂੰਨ ਜਾਗ ਪੈਂਦੇ ਨੇ, ਅੱਗੋਂ ਪਿੱਛੋਂ ਇਹਨਾਂ ਵਾਸਤੇ ਕਾਨੂੰਨ ਨਹੀਂ ਹੈ। ਜਦ ਅਸੀਂ ਲਾਈਵ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ, ਜਦ ਉਹਦੇ ਉੱਤੇ ਹਮਲਾ ਹੋ ਗਿਆ, ਸਾਡੇ ਪਿਓ ਦੇ ਜਿਹੜੀਆਂ ਅੰਗ ਨੇ ਉਹ ਉੱਥੇ ਗਲੀਆਂ ਨਾਲੀਆਂ 'ਚ ਰੋਲ ਦਿੱਤੇ, ਤੇ ਇਸ ਤੋਂ ਵੱਡੀ ਬਦਨਾਮੀ ਮੈਂ ਕਹਿੰਦਾ ਕਿਸੇ ਸਿੱਖ ਦੀ ਕੀ ਹੋ ਸਕਦੀ ਹੈਗੀ ਆ। ਮੈਨੂੰ ਕਈ ਵਾਰੀ ਸ਼ਰਮ ਆਉਂਦੀ ਆ ਇਹਨਾਂ ਚੀਜ਼ਾਂ ਨੂੰ ਡਿਸਕਸ ਕਰਦਿਆਂ ਜਾਂ ਗੱਲਬਾਤ ਵੀ ਕਰਦਿਆਂ, ਕਿ ਕਈ ਅਲੱਗ-ਅਲੱਗ ਪਲੇਟਫਾਰਮਾਂ ਤੇ ਲੋਕ ਬੈਠੇ ਇੱਕ ਦੂਸਰੇ ਦੇ ਉੱਤੇ ਦੂਸ਼ਣਬਾਜ਼ੀ ਕਰਦੇ ਨੇ। ਬੀਬੀਆਂ ਦਾੜੀਆਂ ਨੇ ਉਹਨਾਂ ਦੀਆਂ, ਮਾਫ ਕਰਨਾ, ਬੀਬੀਆਂ ਦਾੜੀਆਂ ਨੇ, ਪੱਗਾਂ ਬੱਧੀਆਂ ਹੋਈਆਂ, ਦਾੜੇ ਪ੍ਰਕਾਸ਼ ਕੀਤੇ ਹੋਏ ਨੇ, ਤੇ ਗੱਲਾਂ ਕਰਨਗੇ, ਕਦੀ ਟਕਸਾਲ ਨੂੰ ਗਾਲਾਂ ਕੱਢਣ ਲੱਗ ਪੈਣਗੇ, ਕਦੀ ਕਿਸੇ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣਗੇ, ਕਦੀ ਫਲਾਣਾ ਉਹਨੇ ਜੀ 84 'ਚ ਐਂ ਕਰ ਦਿੱਤਾ, ਉਸ ਤੋਂ ਪਹਿਲਾਂ ਦਾ ਕਿਰਦਾਰ ਇਦਾਂ ਦਾ ਸੀਗਾ, ਉਹਨਾਂ ਦੀਆਂ ਖੋਜਾਂ ਕੱਢੀ ਜਾਂਦੇ, ਪਤਾ ਨਹੀਂ ਕਿੱਥੋਂ ਕਿਤਾਬਾਂ ਲਿਖੀ ਜਾਂਦੇ ਨੇ ਕੱਢ ਕਰ, ਕਿਹੜਾ ਉਹਨਾਂ ਨੇ ਇਤਿਹਾਸ ਪੜ੍ਹਿਆ। ਇਹ ਸਭ ਸਿੱਖੀ ਦਾ ਮਖੌਟਾ ਪਾ ਕੇ ਬੈਠੇ ਲੋਕ ਨੇ। ਇੰਨੀਆਂ ਕਾਂਗਿਆਰੀਆਂ ਨੇ ਕਿ ਇਹਨਾਂ ਵਾਸਤੇ ਕੋਈ ਕੀਟਨਾਸ਼ਕ ਸਪੈਸ਼ਲ ਬਣਾ ਕੇ ਜਿਹੜਾ ਇਹਨਾਂ ਨੂੰ ਖਤਮ ਕਰਨਾ ਪਏਗਾ। ਸਮਝਣ ਦੀ ਸਾਨੂੰ ਲੋੜ ਆ ਕਿ ਇਸ ਜਿਹੜਾ ਸਿੱਖੀ ਸਰੂਪ 'ਚ ਬੈਠੇ ਹੋਏ ਨੇ, ਇਹ ਸੱਪ ਉਹ ਨੇ ਜਿਹੜੇ ਕੱਢਣੇ ਪੈਣੇ ਨੇ। ਸਾਨੂੰ ਅਲੱਗ ਤਰ੍ਹਾਂ ਦੀ ਬੀਨ ਵਜਾਉਣੀ ਪੈਣੀ ਹੈ ਇਹਨਾਂ ਵਾਸਤੇ, ਇਹਨਾਂ ਨੂੰ ਕੱਢ ਕੇ ਲਿਆਉਣਾ ਪੈਣਾ। ਕਿਸੇ ਨੂੰ ਪਿਆਰ ਦੇ ਨਾਲ ਪਲੋਚ ਕੇ ਕੱਢ ਕੇ ਲਿਆਓ ਤੇ ਦੁਨੀਆ ਦੇ ਸਾਹਮਣੇ ਖੋਲੋ ਲਿਆ ਕੇ ਇਹਨਾਂ ਦਾ ਜਿਹੜਾ ਹੈ ਨਾ, ਉਹ ਜਿਹੜਾ ਬਿਲਕੁਲ ਜਦ ਸਾਡੇ ਹੱਥ 'ਚ ਸੋਸ਼ਲ ਮੀਡੀਆ, ਮੈਂ ਨੌਜਵਾਨੀ ਨੂੰ ਬੇਨਤੀ ਕਰਦਾ ਕਿ ਆਲੇ ਦੁਆਲੇ ਹੋਰ ਵੀਡੀਓ ਨੂੰ ਸ਼ੇਅਰ ਕਰਨ ਦੀ ਬਜਾਏ ਨਾ ਇਹੋ ਜਿਹੀਆਂ ਕਾਂਗਿਆਰੀਆਂ ਜਿਹੜੀਆਂ ਨੇ ਕੱਢ ਕੇ ਲੈ ਕੇ ਆਓ, ਜਿਹੜੀਆਂ ਸਿੱਖੀ ਦੇ ਅਗੇਂਸਟ, ਸਿੱਖੀ ਦੇ ਬਰਖਲਾਫ ਜਿਹੜਾ ਉਹ ਕੰਮ ਕਰਦੀਆਂ ਪਈਆਂ ਨੇ, ਔਰ ਲਗਾਤਾਰਤਾ ਦੇ ਨਾਲ ਕੰਮ ਕਰਦੀਆਂ ਪਈਆਂ। ਤੇ ਅਸੀਂ ਲੱਗੇ ਹੋਏ ਆ ਕਿ ਫਲਾਣੇ ਗਾਇਕ ਨੇ ਕਿਹੜਾ ਗਾਣਾ ਕੱਢ ਦਿੱਤਾ ਤੇ ਫਲਾਣੇ ਗਾਇਕ ਦੀ ਅਸੀਂ ਸਪੋਰਟ ਕਰ ਦਈਏ। ਇਸ ਤਰ੍ਹਾਂ ਦੇ ਨਾਲ ਸਿੱਖੀ ਨਹੀਂ ਬਚਾ ਸਕਦੇ ਅਸੀਂ। ਸਿੱਖੀ ਬਚਾਉਣ ਵਾਸਤੇ ਸਾਨੂੰ ਉਪਰਾਲੇ ਕਰਨੇ ਪੈਣਗੇ। ਇਹਨਾਂ ਲੋਕਾਂ ਦਾ ਜਿਹੜਾ ਹੈ ਨਾ ਮਖੌਟਾ ਉਤਾਰਨਾ ਪਏਗਾ, ਚਾਹੇ ਉਹ ਪੋਲੀਟੀਕਲ ਕਲਾਸ ਆ ਜਾਂ ਆ ਬੈਠੇ ਹੋਏ ਜਿਹੜੇ ਬਾਕੀ ਨੇ, ਜਿਹੜੇ ਉੱਦਾਂ ਹੀ ਬਾਬੇ ਬਣੇ ਹੋਏ ਆ। ਕਦੀ ਕੋਈ ਮਾਡਰਨ ਬਾਬੇ ਬਣ ਕੇ ਆ ਕੇ ਜਿਹੜਾ ਉਹ ਸਿੱਖੀ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੰਦੇ ਆ, ਤੇ ਕੁਛ ਜਿਹੜੇ ਨੇ ਉਹ ਰਾਈਟਰ ਪਤਾ ਨਹੀਂ ਕਿੱਥੋਂ ਬਣ ਗਏ, 4 ਕਿਤਾਬਾਂ ਪਤਾ ਨਹੀਂ ਕਿਤਿਓਂ ਇਕੱਠੀਆਂ ਕੀਤੀਆਂ, 4 ਲਾਈਨਾਂ ਕਿਤਿਓਂ ਜੋੜ ਲੀਆਂ, ਕਦੀ ਕਿਸੇ ਨੂੰ ਘੜੀਸ ਲਿਆ, ਕਦੀ ਕਿਸੇ ਨੂੰ ਘੜੀਸ ਲਿਆ। ਤੇ ਭਾਈ ਇੱਥੇ ਜੇ ਤੁਹਾਨੂੰ ਇੰਨਾ ਹੀ ਫਿਕਰ ਹੈਗਾ, ਗੁਰੂ ਗ੍ਰੰਥ ਸਾਹਿਬ ਦੀ ਹੁੰਦੀ ਆ ਬੇਅਦਬੀ, ਉਹਦੇ ਤੇ ਤੁਸੀਂ, ਤੁਹਾਡੇ ਮੂੰਹ ਸੀਤੇ ਜਾਂਦੇ ਨੇ, ਉੱਥੇ ਤੁਸੀਂ ਬੋਲਦੇ ਨਹੀਂ, ਉੱਥੇ ਤੁਹਾਡਾ ਕੋਈ, ਉੱਥੇ ਜ਼ੁਬਾਨ ਤੁਹਾਡੀ ਸੜ ਜਾਂਦੀ ਆ, ਉੱਥੇ ਤੁਹਾਨੂੰ ਕੋਈ ਗੱਲਬਾਤ ਵੀ ਨਹੀਂ ਆਉਂਦੀ ਹੈਗੀ। ਜਿੱਥੇ ਜਿਹਦੀ ਗੱਲ ਬਾਰ-ਬਾਰ ਹਰ ਰੋਜ਼ ਹਰ ਵਕਤ ਹੋਣੀ ਚਾਹੀਦੀ ਆ, ਉਹਦੀ ਗੱਲਬਾਤ ਨਾ ਕਰਕੇ ਦੂਜੇ ਦੀਆਂ ਜਿਹੜੀਆਂ ਉਹ ਲੱਤਾਂ ਖਿੱਚਣ ਦੇ ਉੱਤੇ, ਤੁਹਾਨੂੰ ਸਿੱਖ ਕੌਣ ਕਹੇਗਾ? ਤੁਹਾਡੇ ਅੰਦਰ ਸਿੱਖੀ ਕਿੱਥੋਂ ਆ ਗਈ? ਕਦੀ ਕੋਈ ਪੰਚਾਇਤਾਂ ਬਣਾ ਕੇ ਬੈਠੇ ਹੋਏ ਨੇ, ਕੋਈ ਫਲਾਣੀ ਸੰਸਥਾ ਬਣਾ ਕੇ ਬੈਠਾ ਹੋਇਆ। ਇੰਨੀਆਂ ਸੰਸਥਾਵਾਂ ਨੇ, ਕਈ ਵਾਰੀ ਇਹ ਹੀ ਲੱਭਣਾ ਔਖਾ ਹੋ ਜਾਂਦਾ ਵੀ ਭਾਈ ਇਹ ਸੰਸਥਾ ਦਾ ਜਿਹੜਾ ਸਿਰ ਮੂੰਹ ਸੀਗਾ ਉਹ ਜਿਹੜਾ ਹੈ ਉਹ ਕਿਹੜਾ ਸੀਗਾ। ਕਦੀ ਕਿਸੇ ਤੇ ਕੁਐਸਚਨ ਖੜੇ ਕਰ ਦਿੰਦੇ ਨੇ, ਕਦੀ ਗੁਰੂਆਂ ਤੇ ਕਰ ਦਿੰਦੇ ਨੇ, ਕਦੀ ਇਤਿਹਾਸ ਤੇ ਕਰ ਦਿੰਦੇ ਨੇ, ਕਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਕਦੀ ਸਰੋਵਰਾਂ ਤੇ ਕਰ ਦਿੰਦੇ ਨੇ। ਕਈ ਕੁਛ ਜਿਹੜਾ ਹੈ ਉਹ ਕਰੀ ਚੁਲੀ ਜਾ ਰਹੇ ਨੇ ਤੇ ਹੈ ਨੇ ਸਿੱਖੀ ਸਰੂਪ ਦੇ ਵਿੱਚ। ਇਹ ਕਾਂਗਿਆਰੀਆਂ ਜਿਹੜੀਆਂ ਨੇ ਉਹ ਲੱਭਣੀਆਂ ਪੈਣਗੀਆਂ, ਸਾਹਮਣੇ ਨੇ ਬਹੁਤ, ਪਰ ਅਸੀਂ ਕਈ ਵਾਰੀ ਉਜਾਗਰ ਨਹੀਂ ਇਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਦੇ ਕਿ ਭਾਈ ਇਹਨਾਂ ਦਾ ਵੀ ਕੋਈ ਚਿੱਠਾ ਖੋਲ ਕੇ ਜਿਹੜਾ ਉਹ ਲੈ ਕੇ ਆਂਦਾ ਜਾਵੇ, ਦੁਨੀਆ ਨੂੰ ਦੱਸਿਆ ਜਾਵੇ। ਕਈ ਬੀਬੀਆਂ ਦੇ ਉਹੀ ਧੱਕੇ ਨਾਲ ਮੱਥੇ ਟੇਕੇ ਜਾਂਦੀਆਂ ਨੇ ਇਹਨਾਂ ਨੂੰ, ਤੇ ਕਈ ਸਾਡੇ ਵੀਰ ਸੁਣ ਕੇ ਕਮੈਂਟ ਬੜੇ ਵਧੀਆ ਕਰੀ ਜਾਂਦੇ ਨੇ। ਆ ਕਈ ਯੂਟਿਊਬਾਂ ਦੇ ਉੱਤੇ ਆ ਕੇ ਆਪਣੇ ਭਾਸ਼ਣ ਜਿਹੜੇ ਨੇ ਉਹ ਦੇਣੇ ਸ਼ੁਰੂ ਕਰ ਦਿੰਦੇ ਨੇ ਕਿ ਭਾਈ ਅਸੀਂ ਬਹੁਤ ਜ਼ਿਆਦਾ, ਸਾਨੂੰ ਤੇ ਅਸੀਂ ਤਾਂ ਬਹੁਤ ਹਿਸਟਰੀ ਜਿਹੜੀ ਆ ਉਹ ਜਾਣਦੇ ਹੈਗੇ ਆ। ਤੇ ਜੇ ਉਹਨਾਂ ਦੇ ਕਿਰਦਾਰ ਨੂੰ ਦੇਖੋ ਤਾਂ ਉਹ ਗਿਰੇ ਹੋਏ ਕਿਰਦਾਰ ਦੇ ਇਨਸਾਨ ਨੇ, ਪਤਾ ਨਹੀਂ ਕਿੱਥੋਂ ਕਿਹੜੀ ਚੀਜ਼, ਨਾ ਕੋਈ ਉਹਨਾਂ ਨੂੰ ਅੱਗਾ ਪਤਾ, ਨਾ ਉਹਨਾਂ ਨੂੰ ਕੋਈ ਪਿੱਛਾ ਪਤਾ, ਨਾ ਉਹ ਕਿਸੇ ਚੀਜ਼ ਨੂੰ ਜਾਣਦੇ ਨੇ, ਪਿਛੋਕੜ ਨੂੰ ਨਹੀਂ ਜਾਣਦੇ, ਹੋਇਆ ਕੀ ਸੀ, ਕਿੱਦਾਂ ਹੋਇਆ। ਉਹਨਾਂ ਨੂੰ ਇੱਦਾਂ ਹੀ ਲੱਗਦਾ ਕਿ ਸਾਰਾ ਕੁਛ ਜਿਹੜਾ ਹੈ ਉਹ, ਜਿੱਦਾਂ ਪਹਿਲਾਂ ਮੈਂ ਕਈ ਵਾਰੀ ਕਿਹਾ ਕਿ ਸਾਰੀ ਗੱਲਬਾਤ ਜਿਹੜੀ ਆ ਉਹ ਜਿਹੜੀਆਂ ਜਾਗਦੀਆਂ ਜ਼ਮੀਰਾਂ ਵਾਲੇ ਸਿੱਖ ਨੇ ਉਹਨਾਂ ਦੇ ਉੱਤੇ ਸਿੱਟ ਦਿੰਦੇ ਨੇ ਕਿ ਇਹਨਾਂ ਦੀ ਗਲਤੀ ਕਾਰਨ ਇਹ ਜਿਹੜੀ ਆ ਚੀਜ਼ ਆ ਹੋਈ ਆ। ਤੇ ਅਸਲੀਅਤ ਜਿਹੜਾ ਚੋਰ ਆ, ਜਿਹੜਾ ਡਾਕੂ ਆ, ਤੇ ਜਿਹੜੇ ਇਸ ਚੀਜ਼ ਦੇ ਗੁਨਾਹਗਾਰ ਨੇ
ਉਹ ਬਚ ਕੇ ਜਿਹੜਾ ਉਹ ਨਿਕਲ ਜਾਂਦੇ ਨੇ। ਵਕਫਾ ਬ੍ਰੇਕ ਦਾ ਹੋ ਗਿਆ ਜੀ। ਬ੍ਰੇਕ ਤੋਂ ਬਾਅਦ ਆਪਾਂ ਦੁਬਾਰਾ ਇਸ ਪ੍ਰੋਗਰਾਮ ਨੂੰ ਕੰਟੀਨਿਊ ਕਰਦੇ ਹਾਂ। ਅਖੀਰਲੇ ਪਲਾਂ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਸਾਨੂੰ ਕਰਨਾ ਕੀ ਚਾਹੀਦਾ ਹੈਗਾ। ਮਿਲਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। 1016 ਤੇ ਫਿਰ ਮਿਲਦੇ ਆ ਪ੍ਰੋਗਰਾਮ ਮਸਤੀ ਵਿਦ ਕਿਡਸ ਓਨਲੀ ਔਨ TV16 ਟੋਰਾਂਟੋ ਤੇ। ਬ੍ਰੇਕ ਤੋਂ ਬਾਅਦ ਦਰਸ਼ਕੋ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਖੁੱਲਾ ਸੱਦਾ। ਉਮੀਦ ਕਰਦਾ ਕਿ ਅੱਜ ਵਾਲਾ ਪ੍ਰੋਗਰਾਮ ਵੀ ਤੁਹਾਨੂੰ ਪਸੰਦ ਆਇਆ ਹੋਵੇਗਾ। ਕਮੈਂਟ ਆਪਣੇ ਜ਼ਰੂਰ ਜਿਹੜੇ ਹੈ ਉਹ ਭੇਜਿਓ। ਪ੍ਰੋਗਰਾਮ ਚੰਗਾ ਲੱਗਦਾ ਤਾਂ ਲਾਈਕ ਔਰ ਸ਼ੇਅਰ ਕਰਦਿਆ ਕਰੋ। ਸਾਡੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਔਰ ਉਹ ਪ੍ਰੋਗਰਾਮ ਤੁਹਾਨੂੰ ਅਗਰ ਚੰਗਾ ਲੱਗੇ ਲਾਈਕ ਔਰ ਸ਼ੇਅਰ ਕਰਦਿਆ ਕਰੋ ਤਾਂ ਕਿ ਅੱਗੇ ਜਿਹੜੀ ਗੱਲਬਾਤ ਹੈ ਉਹ ਪਹੁੰਚਦੀ ਹੋ ਸਕੇ। ਅਖੀਰਲੇ ਪਲ ਪ੍ਰੋਗਰਾਮ ਦੇ ਇਸ ਟਾਈਮ ਦੇ ਉੱਤੇ ਹੈ। ਪ੍ਰੋਗਰਾਮ ਦਾ ਜਿਹੜਾ ਹੈ ਉਹ ਸਮਾਂ ਅਖੀਰਲੇ ਜਿਹੜੇ ਮਿੰਟ ਹੁੰਦੇ ਨੇ ਉਹਨਾਂ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ। ਜਿਸ ਸਾਰੀ ਗੱਲਬਾਤ ਦਾ ਨਿਚੋੜ ਕੱਢਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰਦੇ ਹਾਂ। ਸਵਾਲ ਜਿੰਨੇ ਪੈਦਾ ਹੁੰਦੇ ਨੇ ਉਹਨਾਂ 'ਤੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਜਾਂ ਉਹਨਾਂ ਦਾ ਕੀ ਕਰਨਾ ਚਾਹੀਦਾ ਉਹਦੇ 'ਤੇ ਅਸੀਂ ਗੱਲਬਾਤ ਜਿਹੜੀ ਆ ਉਹ ਕਰਦੇ ਹੈਗੇ ਹਾਂ। ਸੋ ਜਿਹੜਾ ਸਾਰਾ ਕੁਛ ਹੋਇਆ ਹੋ ਬੀਤ ਰਿਹਾ ਹੈਗਾ ਇਹਦੇ ਪਿੱਛੇ ਸਿੱਖਾਂ ਦਾ ਮਨੋਬਲ ਤੋੜਨਾ ਤੇ ਸਿੱਖੀ ਨੂੰ ਖਤਮ ਕਰਨ ਦੇ ਜਿਹੜੇ ਉਹਨਾਂ ਦੇ ਏਜੰਡੇ ਨੇ ਇਹ ਉਹਨਾਂ ਦਾ ਵਹਿਮ ਹੀ ਆ। ਵੈਸੇ ਵਹਿਮ ਇੱਕ ਭਰਮ ਪਾਲੀ ਬੈਠੇ ਨੇ ਕਿਉਂਕਿ ਅਸੀਂ ਤਾਂ ਉਦੋਂ ਖਤਮ ਨਹੀਂ ਸੀ ਹੋਏ ਜਦੋਂ 80% ਉਹ ਕਹਿੰਦੇ ਸੀਗੇ ਕਿ 90% ਖਤਮ ਕਰਤੇ। ਹੁਣ ਤਾਂ ਸਿੱਖ ਹੈ ਹੀ ਕੋਈ ਨਹੀਂ, ਦਿਖਦਾ ਹੀ ਨਹੀਂ। ਨਾ ਇਹ ਉੱਠਣਗੇ, ਜਿਹੜੇ ਕੋਈ ਹੈਗੇ ਨੇ ਉਹ ਤਾਂ ਖਤਮ ਹੀ ਹੋ ਗਏ ਬਿਲਕੁਲ। ਉਦੋਂ ਵੀ ਅਸੀਂ ਜਾਗਦੇ ਸੀ, ਜਾਗਦੇ ਸਿਰਾਂ ਵਾਲੇ ਜਿਹੜੇ ਨੇ ਉਹ ਕੰਮ ਕਰੀ ਜਾਂਦੇ ਸੀਗੇ ਤੇ ਫਿਰ ਸਿੱਖੀ ਹੋ ਖੜੀ। ਗੁਰੂ ਨਾਨਕ ਦਾ ਲਾਇਆ ਹੋਇਆ ਬੂਟਾ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣਾ ਪਰਿਵਾਰ ਦੇ ਕੇ ਇਸ ਨੂੰ ਜਿਹੜਾ ਹੈ ਉਹ ਖੜਾ ਕੀਤਾ। ਸੋ ਏਡਾ ਲੰਮਾ ਇਤਿਹਾਸ, ਉਸ ਤੋਂ ਬਾਅਦ ਦਾ ਇਤਿਹਾਸ ਤੇ ਜਿੰਨੀ ਸਟਰਗਲ ਸਿੱਖ ਕੌਮ ਨੇ ਹੁਣ ਤੱਕ ਕੀਤੀ ਆ, ਤਕਰੀਬਨ ਜਿਉਂ ਦਾ ਸਿੱਖ ਜਨਮਿਆ ਇਹਦੇ ਦੁਸ਼ਮਣ ਸ਼ੁਰੂ ਤੋਂ ਬੜੇ ਵੱਡੇ ਰੂਪ ਦੇ ਵਿੱਚ ਪੈਦਾ ਜਿਹੜੇ ਨੇ ਉਹ ਹੋਏ ਨੇ। ਹੌਲੀ ਹੌਲੀ ਇਹ ਗੱਲ ਸਪਸ਼ਟ ਹੈਗੀ ਆ ਕਿ ਜਦੋਂ ਦੁਸ਼ਮਣ ਪੈਦਾ ਹੁੰਦੇ ਨੇ ਤਾਂ ਉਹ ਬਹੁਤ ਕੁਝ ਸਿਖਾ ਕੇ ਜਾਂਦੇ ਨੇ ਤੇ ਸਾਨੂੰ ਸਿੱਖਣਾ ਵੀ ਜ਼ਰੂਰ ਚਾਹੀਦਾ ਹੈਗਾ ਤੇ ਸਾਨੂੰ ਉਹਨਾਂ ਦੁਸ਼ਮਣਾਂ ਦੇ ਨਾਲ ਲੜਨ ਵਾਸਤੇ ਉਸ ਤਰ੍ਹਾਂ ਦਾ ਹੀ ਜਿਹੜਾ ਹੈ ਉਹ ਤਰੀਕਾ ਅਪਣਾਉਣਾ ਚਾਹੀਦਾ ਜਾਂ ਉਸ ਤਰ੍ਹਾਂ ਦੇ ਨਾਲ ਹੀ ਸਾਨੂੰ ਸੂਝ-ਬੂਝ ਦੇ ਨਾਲ ਕੰਮ ਲੈਣਾ ਚਾਹੀਦਾ ਜਿਸ ਤਰ੍ਹਾਂ ਦੇ ਉਹ ਉਸ ਮੌਕੇ ਅਨੁਸਾਰ ਆਪਣੇ ਜਿਹੜੀਆਂ ਨੇ ਉਹ ਚਾਲਾਂ ਚੱਲ ਰਹੇ ਹੋਣ, ਆਪਣੀ ਡੂੰਘੀ ਸਾਜ਼ਿਸ਼ ਜਿਹੜੀ ਆ ਉਹ ਚੱਲ ਰਹੇ ਹੋਣ। ਸੋ ਬੜੇ ਬਾਦਸ਼ਾਹ ਆਏ, ਬਹੁਤ ਕੁਛ ਹੋਇਆ, ਬਹੁਤ ਕੁਛ ਸਿੱਖੀ ਨੇ ਹੰਢਾਇਆ ਪਰ ਸਿੱਖੀ ਜਿਉਂ ਦੀ ਤਿਉਂ ਖੜੀ ਰਹਿ ਗਈ। ਇਸ ਕਰਕੇ ਕਿ ਇਹ ਕੋਈ ਕਿਤਿਓਂ ਮਿਥਿਹਾਸ 'ਚੋਂ ਪੈਦਾ ਹੋਈਆਂ ਚੀਜ਼ਾਂ ਨਹੀਂ ਹੈ। ਮਿਥਿਹਾਸ 'ਚੋਂ ਸਿੱਖੀ ਪੈਦਾ ਨਹੀਂ ਹੋਈ, ਇਤਿਹਾਸ 'ਚੋਂ ਸਿੱਖੀ ਪੈਦਾ ਹੋਈ ਆ। ਸੋ ਇਤਿਹਾਸ ਕਦੀ ਮਿਟਦਾ ਨਹੀਂ ਹੁੰਦਾ। ਇਤਿਹਾਸ ਹਮੇਸ਼ਾ ਜਿਹੜਾ ਹੈ ਉਹ ਸੰਸਾਰ ਦੇ ਵਿੱਚ ਜਿੰਨੀ ਦੇਰ ਤੱਕ ਇਹ ਦੁਨੀਆ ਰਹੇਗੀ ਉਨੀ ਦੇਰ ਤੱਕ ਮੌਜੂਦ ਰਹੇਗਾ। ਜਿੰਨਾ ਮਰਜ਼ੀ ਇਸ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾਵੇ ਇਹ ਨਹੀਂ ਮਿਟੇਗਾ। ਇਹ ਇੱਕ ਵਹਿਮ ਹੁੰਦਾ ਮੌਕੇ ਦੇ ਹਾਕਮਾਂ ਨੂੰ ਕਿ ਅਸੀਂ ਇਸ ਚੀਜ਼ ਨੂੰ ਖਤਮ ਕਰ ਦਿਆਂਗੇ। ਹਾਂ, ਇਹ ਗੱਲ ਜ਼ਰੂਰ ਹੈ। ਇੱਥੇ ਇੱਕ ਸਵਾਲ ਵੀ ਪੈਦਾ ਹੁੰਦਾ ਕਿ ਜਿਹੜਾ ਇਹ ਸਿੱਖਾਂ ਦੇ ਉੱਤੇ ਬਾਰ-ਬਾਰ ਹਮਲਾ ਕਿਉਂ ਹੁੰਦਾ। 140 ਕਰੋੜ ਦੀ ਆਬਾਦੀ ਵਾਲਾ ਦੇਸ਼ ਹੋਵੇ ਤੇ 2% ਤੋਂ ਘੱਟ ਆਬਾਦੀ ਵਾਲੀ ਜਿਹੜੀ ਉੱਥੇ ਇੱਕ ਮਾਈਨੋਰਟੀ ਕੌਮ ਹੋਵੇ, ਉਹਨੂੰ ਟਾਰਗੇਟ, ਉਹਨੂੰ ਹਮਲਾ ਜਿਹੜਾ ਹੈ ਉਹਦੇ ਤੇ ਕਿਉਂ ਕੀਤਾ ਜਾਵੇ, ਇਹ ਸੋਚਣ ਵਾਲੀ ਗੱਲ ਆ। ਉਸ ਮਾਈਨੋਰਟੀ ਕੌਮ ਨੇ ਇਸ ਸਾਰੇ ਇੰਡੀਆ ਦਾ, ਭਾਰਤ ਦਾ ਢਿੱਡ ਹੁਣ ਤੱਕ ਭਰਿਆ, ਉਸ ਨੂੰ ਰਜਾਇਆ। ਕੱਲਾ ਢਿੱਡ ਹੀ ਨਹੀਂ ਭਰਿਆ, ਨੱਕੋ ਨੱਕ ਮਾਲਾ ਮਾਲ ਵੀ ਕੀਤਾ, ਰਜਾਇਆ ਵੀ ਆ। ਬਾਹਰ ਤੱਕ ਫਸਲ ਜਿਹੜੀ ਆਪਣਾ ਖੂਨ ਪਸੀਨਾ ਇੱਕ ਕਰਕੇ ਬਾਹਰ ਤੱਕ ਜਿਹੜੀ ਆ ਉਹਨੂੰ ਵੇਚਣ ਵਾਸਤੇ ਵੀ ਦਿੱਤੀ ਆ ਵੀ ਭਾਈ ਲੈ ਤੇਰੇ ਕੋਲ ਐਕਸਟਰਾ ਭੰਡਾਰ ਜਿਹੜੇ ਤੇਰੇ ਨੇ ਉਹ ਭਰ ਗਏ। ਤੇ ਉਸ ਕੌਮ ਦੇ ਵਿੱਚੋਂ 30-35% ਜਿਹੜੇ
ਉਹ ਜਾ ਕੇ ਜਵਾਨ ਇਸ ਭਾਰਤ ਦੇਸ਼ ਦੀ ਰਾਖੀ ਵਾਸਤੇ ਲੇਹ ਲਦਾਖ ਦੀਆਂ ਪਹਾੜੀਆਂ ਤੋਂ ਲੈ ਕੇ ਬਰਫਾਂ ਦੇ ਵਿੱਚ, ਸਨੋ ਦੇ ਵਿੱਚ ਤੇ ਬਾਰਡਰਾਂ ਦੇ ਉੱਤੇ ਜਾ ਕੇ ਲੜਦੇ ਨੇ, ਆਪਣੀ ਜਾਨ ਵੀ ਦਿੰਦੇ ਨੇ। ਤੇ ਉਹਨਾਂ ਤੋਂ ਇਹਨਾਂ ਨੂੰ ਜਿਹੜਾ ਹੈ ਉਹ ਸਭ ਤੋਂ ਵੱਡਾ, ਉਸ ਧਰਮ ਤੋਂ ਸਭ ਤੋਂ ਵੱਡਾ ਖਤਰਾ ਹੈ। ਤੇ ਇੱਕ ਗੱਲ ਇਹ ਯਾਦ ਰੱਖਣ ਕਿ ਜੇ ਉਹ ਇਹ ਸੋਚਦੇ ਨੇ ਕਿ ਇਹਨਾਂ ਦੀ ਜਿਹੜੀ ਸਿੱਖੀ ਆ ਅਸੀਂ ਖਤਮ ਕਰ, ਜਿਹੜੀ ਆ ਉਹ ਇਹਨਾਂ ਚੋਂ ਜਿਹੜੀ ਉਹ ਸਪਿਰਿਟ ਅਸੀਂ ਕੱਢਣ ਦੀ ਕੋਸ਼ਿਸ਼ ਕਰਦੇ ਪਏ ਹਾਂ, ਜੋ ਇਹਨਾਂ ਦਾ ਅਸਲੀ ਸਿਧਾਂਤ ਆ ਉਹ ਖਤਮ ਕਰਦੇ ਪਏ ਹਾਂ, ਤੇ ਉਹਦੇ ਨਾਲ ਕੋਈ ਸਾਡਾ ਸੁਧਾਰ ਹੋ ਜਾਏਗਾ, ਤੁਹਾਡਾ ਸੁਧਾਰ ਤੇ ਕੁਝ ਹੋਣਾ ਨਹੀਂ, ਤੁਹਾਡਾ ਬਚਾਅ ਨਹੀਂ ਕੋਈ ਕਰ ਸਕਦਾ ਫਿਰ। ਕਿਉਂਕਿ ਇਹ ਜਿਹੜਾ ਬਚਾਅ ਹੈ ਨਾ ਉਹ ਸਿਰਫ ਇਸ ਕੌਮ ਦੀ ਜਿਹੜੀ ਆ ਮਿਹਰਬਾਨੀ ਹੈਗੀ ਆ। ਤੇ ਜਦੋਂ ਤੁਸੀਂ ਉਹਦੇ ਵਿੱਚੋਂ, ਠੀਕ ਆ ਬਹੁਤ ਸਾਰੇ ਰੈਂਟਾ ਸਿੱਖ ਵਿਕੇ ਨੇ, ਗਲ 'ਚ ਤਖਤੀਆਂ ਪਾਈਆਂ ਨੇ, ਆ ਲਾ ਲਓ ਪੰਜਾਬ ਦੇ ਜਿੰਨੇ ਹੁਣ ਤੱਕ ਹੋਏ ਮੁੱਖ ਮੰਤਰੀ ਨੇ, ਕਿਹੜਾ ਇਹਨਾਂ 'ਚੋਂ ਨਹੀਂ ਵਿਕਿਆ? ਸਭ ਵਿਕੇ ਨੇ, ਸਿਰ ਤੋਂ ਲੈ ਕੇ ਪੈਰਾਂ ਤੱਕ ਵਿਕੇ ਨੇ। ਹੈ ਇਹਨਾਂ ਦੀ ਕੋਈ ਔਕਾਤ? ਹੈ ਇਹਨਾਂ ਦੀ ਕੋਈ ਜਿਹੜੀ ਹੈ ਕੋਈ ਪਾਵਰ ਕਿ ਕਿਤੇ ਇਹ ਖੜ ਜਾਣ ਤੇ ਪੰਜਾਬ ਤੇ ਪੰਜਾਬੀਅਤ ਦੀ ਗੱਲ ਜਿਹੜੀ ਆ ਉਹ ਕਰ ਲੈਣ? ਤੇ ਇਹਨਾਂ ਨੇ ਸਾਨੂੰ ਹੋ ਰਹੀਆਂ ਬੇਅਦਬੀਆਂ ਦਾ ਇਨਸਾਫ ਦਿਵਾਉਣਾ। ਅਸੀਂ ਉਮੀਦ ਕਰ ਸਕਦੇ ਹਾਂ? ਬੇਉਮੀਦੀ ਕਿਸੇ ਚੀਜ਼ 'ਚ ਨਹੀਂ ਹੋਣੀ ਚਾਹੀਦੀ, ਲੇਕਿਨ ਉਹਨਾਂ ਲੋਕਾਂ ਤੋਂ ਉਮੀਦ ਵੀ ਨਹੀਂ ਕਰਨੀ ਚਾਹੀਦੀ ਜਿਹੜੇ ਲੋਕ ਖੁਦ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੇ ਨੇ ਉਹ ਸ਼ਰੀਕ ਹੋਣ। ਉਹ ਲੋਕ ਜਿਹੜੇ ਇਹਨਾਂ ਦੇ ਵਿੱਚ ਇਨਵੋਲਵ ਹੋਣ, ਉਹਨਾਂ ਲੋਕਾਂ ਤੋਂ ਆਪਾਂ ਕਿਵੇਂ ਉਮੀਦ ਜਿਹੜੀ ਆ ਉਹ ਕਰ ਸਕਦੇ ਹੈਗੇ ਆ। ਕਈਆਂ ਨੂੰ ਇਹ ਲੱਗਦਾ ਕਿ ਗੁਰਦੁਆਰਾ ਸਾਹਿਬਾਨਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਜਾਵੇ, ਸਿੱਖੀ ਸਰੂਪ ਤੇ ਸਿੱਖੀ ਉੱਤੇ ਪਹਿਰਾ ਦੇਣ ਵਾਲੇ ਲੋਕ ਉੱਥੇ ਜਿਹੜੇ ਨੇ ਉਹ ਕਾਬਜ਼ ਹੋ ਜਾਣ ਤੇ ਜਿਹੜਾ ਹੈ ਉਹ ਸਾਡਾ ਕੁਝ ਸੁਧਾਰ ਹੋ ਸਕਦਾ ਹੈਗਾ। ਤੇ ਇਹ ਵੀ ਇੱਕ ਸਾਡਾ ਵਹਿਮ ਹੀ ਆ, ਕਿਉਂਕਿ ਇਹਨਾਂ ਨੇ ਤਾਂ ਗੁਰਦੁਆਰਾ ਸਾਹਿਬਾਨਾਂ ਦੇ ਉੱਤੇ ਕਬਜ਼ਾ ਨਾ ਛੱਡਣ ਦੇ ਕਰਕੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਵਾ ਦਿੱਤਾ ਸੀਗਾ। ਇਹਨਾਂ ਨੇ ਹਮਲਾ ਕਰਵਾਇਆ ਤੇ ਇਹਨਾਂ ਨੇ ਤਾਂ ਉਦੋਂ ਕੁਛ ਨਹੀਂ ਬਖਸ਼ਿਆ। ਉਦੋਂ ਇਹਨਾਂ ਨੇ ਜਿਹੜਾ ਹੈ ਸਿੱਖੀ ਨੂੰ ਜਿੱਥੋਂ ਤੱਕ ਨੁਕਸਾਨ ਪਹੁੰਚਾਉਣਾ ਸੀਗਾ ਉਹ ਪਹੁੰਚਾਇਆ, ਇਹਨਾਂ ਦੀ ਮਿਹਰਬਾਨੀ ਕਰਕੇ। ਇਹੀ ਉਹ ਲੋਕ ਨੇ ਜਿਹੜੇ ਅੱਜ ਕਾਬਜ਼ ਹੋਏ, ਜਿਹੜੇ ਅੱਜ ਗੱਦੀਆਂ ਪੰਜਾਬ ਦੀਆਂ ਜਿਹੜੀਆਂ ਨੇ ਉਹ ਮੁੱਖ ਮੰਤਰੀਆਂ ਦੀਆਂ ਤੇ ਮੰਤਰੀਆਂ ਦੀਆਂ ਜਿਹੜੀਆਂ ਨੇ ਉਹ ਮਾਣ ਰਹੇ ਹੈਗੇ ਨੇ। ਸੋ ਨਾ ਤਾਂ ਸਿੱਖੀ ਬਚ ਸਕਦੀ ਆ ਇਸ ਟਾਈਮ ਦੇ ਉੱਤੇ ਗੁਰਦੁਆਰਾ ਸਾਹਿਬਾਨਾਂ ਦੇ ਉੱਤੇ ਕਬਜ਼ਾ ਕਰਨ ਦੇ ਨਾਲ ਜਾਂ ਆਪਣੇ ਹੱਥ ਦੇ ਵਿੱਚ ਪ੍ਰਬੰਧ ਲੈਣ ਦੇ ਨਾਲ, ਨਾ ਪੰਜਾਬ ਬਚ ਸਕਦਾ ਹੈਗਾ, ਤੇ ਨਾ ਹੀ ਕੋਈ ਕਿਸੇ ਨੂੰ ਇਹ ਲੱਗਦਾ ਕਿ ਅਸੀਂ ਕੋਈ ਇੱਥੇ ਮੁੱਖ ਮੰਤਰੀ ਚੇਂਜ ਕਰ ਦਿਆਂਗੇ ਜਾਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਅਸੀਂ ਬਣਾ ਦਿਆਂਗੇ ਤੇ ਸਾਡਾ ਸਾਰਾ ਕੁਝ ਜਿਹੜਾ ਉਹ ਠੀਕ ਹੋ ਜਾਏਗਾ। ਇਹ ਵੀ ਕੁਛ ਇਹਦਾ ਹੱਲ ਨਹੀਂ ਹੈਗਾ। ਹੱਲ ਤੇ ਸਿਰਫ ਇੱਕ ਹੀ ਪਿੱਛੇ ਬਚਦਾ ਹੈਗਾ, ਉਹ ਹੈਗਾ ਪੰਜਾਬ ਦੀ ਆਜ਼ਾਦੀ। ਜੇ ਅਸੀਂ ਪੰਜਾਬ ਨੂੰ ਕੁਛ ਦੇਖਣਾ ਚਾਹੁੰਦੇ ਹਾਂ, ਸਿੱਖੀ ਨੂੰ ਪ੍ਰੋਪਰ ਤੌਰ ਦੇ ਉੱਤੇ ਸਭ ਕੁਝ ਜਿਹੜਾ ਹੈ ਉਹ ਦੇਖਣਾ ਚਾਹੁੰਦੇ ਹਾਂ, ਪ੍ਰਫੁੱਲਤ ਹੋਇਆ ਦੇਖਣਾ ਚਾਹੁੰਦੇ ਹਾਂ, ਜਾਂ ਆਪਣੀ ਜੜ ਨੂੰ ਮਜ਼ਬੂਤ ਹੋਇਆ ਦੇਖਣਾ ਚਾਹੁੰਦੇ ਹਾਂ, ਤੇ ਖਾਲਸਾ ਰਾਜ ਵੱਲ ਸਾਨੂੰ ਵਧਣਾ ਪਏਗਾ। ਉਸ ਖਾਲਸਾ ਰਾਜ ਵੱਲ ਸਾਨੂੰ ਤੇ ਸਮਾਂ ਹੀ ਕੁਛ ਨਹੀਂ ਹੋਇਆ, ਸਾਨੂੰ ਤਾਂ ਤਕਰੀਬਨ ਪੌਣੇ 200 ਸਾਲ ਹੀ ਹੋਏ ਨੇ ਸਾਡੇ ਰਾਜ ਗਿਆ ਨੂੰ। ਸਾਡਾ ਕੋਈ ਐਡਾ ਵੱਡਾ ਵਕਤ ਥੋੜ੍ਹੀ ਹੋਇਆ। ਜਨਰੇਸ਼ਨਾਂ ਟੂ ਜਨਰੇਸ਼ਨਾਂ ਉੱਠ ਖੜਦੀਆਂ ਨੇ। ਕਿਹੜੀਆਂ ਪਾਵਰਾਂ ਨੇ ਜਿਹੜੀਆਂ ਅੱਜ ਸੰਸਾਰ ਦੇ ਵਿੱਚ ਨਜ਼ਰ ਮਾਰ ਕੇ ਦੇਖ ਲਓ। ਚਾਈਨਾ ਦੀ ਸਭ ਤੋਂ ਵੱਡੀ ਐਗਜ਼ੈਂਪਲ ਹੈਗੀ ਆ। ਚਾਈਨਾ ਵੀ ਤਕਰੀਬਨ ਕਿਹੜੇ ਈਸਵੀ ਤੋਂ ਉਹ ਬਿਲਕੁਲ ਡਾਊਨ ਗਿਆ, ਪਰ ਉਹਨੇ ਆਪਣੀ ਰਾਜ ਸੱਤਾ ਆਪਣੀ ਜਿਹੜੀ ਸੀ ਉਹ ਦੇਖੀ ਹੋਈ ਸੀਗੀ। ਉਹਨਾਂ ਨੇ ਸਭ ਕੁਝ ਦੇਖਿਆ ਹੋਇਆ ਸੀਗਾ। ਸੋ ਜਦੋਂ ਤੁਸੀਂ ਆਪਣੇ ਰਾਜ ਨੂੰ ਦੇਖਿਆ ਹੋਵੇ, ਜਦੋਂ ਆਪਣੀ ਸ਼ਕਤੀ ਨੂੰ, ਆਪਣੇ ਪ੍ਰਬੰਧ ਨੂੰ ਦੇਖਿਆ ਹੋਵੇ, ਤੇ ਫਿਰ ਤੁਹਾਨੂੰ ਗੁਲਾਮਾਂ ਵਾਲੀ ਜ਼ਿੰਦਗੀ ਕਿਉਂ ਬਤੀਤ ਕਰਨ ਦੀ ਲੋੜ ਪਵੇ? ਤੁਹਾਨੂੰ ਉਧਰ ਨੂੰ ਚੱਲਣਾ ਚਾਹੀਦਾ ਜਿਸ ਦੇ ਵਿੱਚ ਸਾਰੀ ਚੀਜ਼ ਦਾ ਹੀ ਹੱਲ ਆ, ਸਾਰੀ ਹੀ ਚੀਜ਼ ਦਾ ਹੱਲ ਆ। ਉੱਥੇ ਤੁਹਾਡੀ ਧਰਤੀ ਬਚਦੀ ਹੈ, ਤੁਹਾਡੇ ਉੱਥੇ ਨੈਚੁਰਲ ਰਿਸੋਰਸਸ ਬਚਦੇ ਨੇ, ਤੁਹਾਡਾ ਧਰਮ ਬਚਦਾ ਹੈਗਾ। ਸਾਡਾ ਧਰਮ ਬਚਦਾ ਹੀ ਤਾਂ ਹੈ ਜੇ ਅਸੀਂ ਆਪਣੇ ਖਾਲਸਾ ਰਾਜ ਨੂੰ ਕਾਇਮ ਕਰਨ ਦੀ ਗੱਲਬਾਤ ਕਰਦੇ ਹਾਂ, ਨਹੀਂ ਤਾਂ ਕੋਈ ਇਸ ਦਾ ਹੱਲ ਨਹੀਂ। ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ ਇੱਥੇ ਮੁੱਖ ਮੰਤਰੀਆਂ ਨੂੰ ਚੇਂਜ ਕਰਨ ਦੀ, ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ ਗੁਰਦੁਆਰਾ ਸਾਹਿਬਾਨਾਂ ਦੇ ਉੱਤੇ ਪ੍ਰਬੰਧ ਆਪਣੇ ਹੇਠ ਲੈਣ ਦੀ,
कोई किसी चीज़ दे विच साडी कोई कामयाबी नहीं हो सकती उन्नी देर तक जिन्नी देर तक साडे कोल फुल पावर जिहड़ी आ वो अपने हत्थ दे विच जिहड़ी आ नहीं आती। ना असी गुरुद्वारियां दे प्रबंध ठीक कर सकांगे, ना असी अपने नैचुरल रिसोर्सिस बचा सकांगे, ना पंजाब ते पंजाबीयत नूं बचा सकांगे, ना बोली नूं बचा सकांगे। लेकिन परमात्मा जरूर किरपा करेगा। उस वाहिगुरू अगे रोज़ असी अरदास करदे हां, रोज़ असी खालसा जी के बोल बाले की गलबात जरूर करते हैं, पर ध्यान नाल सोचियो कि खालसा जी के बोल बाले होने किवें ने। खालसा जी के बोल बालियां की गल जदों असीं करते हैं तो फिर साडे मन अंदर ये चिणग क्यों नहीं जागदी कि खालसा जी के बोल बाले करने वास्ते सानू करना की चाहिए हैगा। उम्मीद करदा कि अज वाला प्रोग्राम तुहानू पसंद आया होवेगा। कमेंट्स जरूर भेजो, उਡੀਕ रहेगी तुहाडे कमेंटां दी। ते प्रोग्राम का समा इस टाइम के बिल्कुल समाप्ति वाला कल 9:30 बजे टोरंटो समय मुताबक तो 7 बजे इंडिया टाइम मुताबक दोबारा प्रोग्राम के हाज़री लवावांगे। सो इत्थे मैनू जिहड़ा है प्रोग्राम दे विच तुहाडे कोल इजाजत लैनी पैनी है। कल नूं आपां दोबारा मिलदे हैगे आ। भै काहू को देत ना, नह पै मान तान, नानक नाम चढ़दी कला, तेरे भाणे सरबत दा भला। वाहिगुरू जी का खालसा, वाहिगुरू जी की फतेह।